ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਫੋਕਸ ਦੇ ਵਿੱਚ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਬਲਕਾਰ ਸਿੰਘ ਜੀ। ਹਾਂਜੀ, ਪੰਜਾਬ ਮੇਲ USA TV ਚੈਨਲ ਦੇ ਪਿਆਰੇ ਦਰਸ਼ਕੋ, ਨਿੱਘੀ ਜੀ ਆਇਆਂ ਨੂੰ ਤੇ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਜਿਵੇਂ ਤੁਸੀਂ ਜਾਣਦੇ ਹੋ ਕਿ ਮੈਂ ਹਾਂ ਬਲਕਾਰ ਸਿੰਘ ਔਰ ਮੇਰੇ ਨਾਲ ਤਸ਼ਰੀਫ ਫਰਮਾਨ ਨੇ ਸੰਜੀਵ ਯਸ਼ ਖੰਨਾ ਜੀ। ਔਰ ਇਹ ਜ਼ਿਆਦਾਤਰ ਇਹਨਾਂ ਨੇ ਮੇਰੇ ਨਾਲ ਬਹੁਤ ਪ੍ਰੋਗਰਾਮ ਕੀਤੇ ਆ, ਪਰ ਅੱਜ ਇਹਨਾਂ ਨੂੰ ਅਸੀਂ ਪੁੱਛਾਂਗੇ ਕਿ ਉਹ ਕਿਹੜੇ ਇਸ਼ੂ ਨੇ ਪੰਜਾਬ ਦੇ ਜਿਹੜੇ ਜ਼ਿਆਦਾ ਤੌਰ 'ਤੇ ਲੋਕਾਂ ਦੀ ਨਜ਼ਰ 'ਚ ਨੇ ਔਰ ਉਹ ਚਾਹੁੰਦੇ ਨੇ ਕਿ ਉਹਨਾਂ ਨੂੰ ਜਾਣਕਾਰੀ ਤਰੀਕੇ ਨਾਲ ਦਿੱਤੀ ਜਾਵੇ। ਤੇ ਮੈਂ ਗੁਜ਼ਾਰਿਸ਼ ਕਰਾਂਗਾ ਖੰਨਾ ਜੀ, ਉਹ ਕਿਹੜੇ ਨੇ ਇਸ਼ੂ? ਜੀ, ਸਭ ਤੋਂ ਪਹਿਲਾਂ ਤਾਂ ਆਪਾਂ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਨੂੰ ਲੈਂਦੇ ਹਾਂ। ਜੀ, ਕਿਉਂਕਿ ਪੰਜਾਬ ਆ ਰਹੇ ਨੇ ਮੁੜ ਤੋਂ। ਹਾਂ, ਦੇਸ਼ ਦੇ ਹੈੱਡ ਨੇ, ਪੂਰੇ ਹੈੱਡ ਨੇ। ਜਨਵਰੀ 'ਚ ਆਏ ਸੀ, 5 ਜਨਵਰੀ ਨੂੰ ਆਏ ਸੀ ਜੀ। ਉਦੋਂ ਕੁਝ ਸਿਕਿਉਰਿਟੀ ਬ੍ਰੀਚ ਕਰਕੇ ਸਾਰਾ ਮਾਮਲਾ ਇਕੱਠਾ ਹੋ ਗਿਆ ਔਰ ਉਸ ਮਾਮਲੇ ਨੂੰ ਫਿਰ ਨਜਿੱਠਦੇ ਕਾਫੀ ਸਮਾਂ ਲੰਘ ਗਿਆ। ਪੰਜਾਬ ਵੀ ਵੇਟ ਕਰਦਾ ਰਿਹਾ ਕਿ ਸਾਨੂੰ ਕਿਹੜੇ ਨਵੇਂ ਤੋਹਫੇ ਮਿਲਣੇ ਨੇ ਪ੍ਰਧਾਨ ਮੰਤਰੀ ਸਾਹਿਬ ਤੋਂ। ਖੈਰ, ਹੁਣ ਉਹ ਦੁਬਾਰਾ ਆ ਰਹੇ ਨੇ ਤੇ 24 ਤਰੀਕ ਨੂੰ ਆ ਰਹੇ ਨੇ, 24 ਅਗਸਤ ਨੂੰ। ਤੇ ਅਲਰਟ ਜਾਰੀ ਹੋ ਗਿਆ ਹੈ, ਸਿਕਿਉਰਿਟੀ ਨੂੰ ਪੂਰੇ ਆਰਡਰਸ ਹੋ ਗਏ ਨੇ ਕਿ ਤੁਸੀਂ ਉਹਨਾਂ ਦੀ ਸਿਕਿਉਰਿਟੀ ਦਾ ਔਰ ਪੂਰਾ ਧਿਆਨ ਰੱਖਣਾ। ਔਰ ਇਸ ਵਕਤ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਹੈ। ਪਹਿਲਾਂ ਕਾਂਗਰਸ ਦੀ ਗਵਰਨਮੈਂਟ ਸੀ ਜਦੋਂ ਬ੍ਰੀਚ ਹੋਈ ਸੀ ਸਿਕਿਉਰਿਟੀ। ਹੁਣ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਹੈ। ਹੁਣ ਭਗਵੰਤ ਮਾਨ ਸਾਹਿਬ ਨੇ ਵੀ ਕਾਫੀ ਜ਼ਿਆਦਾ ਪਰਸਨਲ ਇੰਟਰਸਟ ਦੇ ਨਾਲ ਸਾਰੀ ਸਿਕਿਉਰਿਟੀ ਦਾ ਜਾਇਜ਼ਾ ਵੀ ਲੈ ਰਹੇ ਨੇ। ਹਾਂ, ਬੜੀ ਖੁਸ਼ੀ ਦੀ ਗੱਲ ਹੈ ਕਿ ਦੇਸ਼ ਦੇ ਪ੍ਰਮੁੱਖ ਨੇਤਾ ਪੰਜਾਬ 'ਚ ਫਿਰ ਸ਼ਿਰਕਤ ਕਰ ਰਹੇ ਆ ਰਹੇ ਆ। ਪਹਿਲੀ ਫੇਰੀ ਉਹਨਾਂ ਦੀ ਜਿਹੜੀ ਇਸ ਤਰ੍ਹਾਂ ਦੀ ਥੋੜ੍ਹਾ ਜਿਹਾ ਅੰਜਾਈ ਗਈ, ਉਹਦੇ 'ਚ ਥੋੜ੍ਹਾ ਬਹੁਤ ਉਦੋਂ ਅੰਦੋਲਨ ਵੀ ਚੱਲ ਰਿਹਾ ਸੀਗਾ, ਥੋੜ੍ਹੀ ਜਿਹੀ ਖਹਿਬਾਜ਼ੀ ਦੇ ਨਾਲ ਵੀ ਸੀਗਾ। ਔਰ ਉਸ ਦਿਨ ਇਹ ਵੀ ਕੁਦਰਤ ਦਾ ਕਰੋਪ ਸੀਗਾ ਕਿ ਉਸ ਦਿਨ ਮੀਂਹ ਵੀ ਬਹੁਤ ਪਿਆ। ਹਾਂਜੀ। ਔਰ ਕੁਰਸੀਆਂ ਉਸ ਦਿਨ ਖਾਲੀ ਸੀ। ਜਿੰਨਾ ਵੀ ਮੀਡੀਆ ਕਵਰੇਜ ਲਈ ਗਿਆ ਉਹਨਾਂ ਨੇ ਦੱਸਿਆ ਕਿ ਸਾਰੀਆਂ ਕੁਰਸੀਆਂ ਖਾਲੀ ਸੀ। ਔਰ ਜਦੋਂ ਇਹ ਭਗਤ ਸਿੰਘ ਜੀ ਦੀ ਸਮਾਧ ਤੋਂ ਕ੍ਰਾਸ ਕਰਕੇ ਅੰਦਰ ਨੂੰ ਆਏ ਸੜਕ 'ਤੇ, ਉੱਥੇ ਜਾ ਕੇ ਥੋੜ੍ਹਾ ਬਹੁਤ ਰੱਦੋ ਬਦਲ ਸੀਗੇ। ਉਹ ਰਾਹ ਦੇ ਵਿੱਚ ਕਿਸਾਨਾਂ ਨੇ ਅੰਦੋਲਨ ਲਾਇਆ ਸੀਗਾ, ਪਰ ਇਹ ਪੁੱਠੇ ਪੈਰੀਂ ਫਿਰ ਵਾਪਸ ਮੁੜ ਗਏ ਔਰ ਇਹਨਾਂ ਨੂੰ ਵਾਪਸ ਆਉਣਾ ਪਿਆ। ਇਹਨਾਂ ਨੇ ਸਟੇਜ 'ਤੇ ਨਹੀਂ ਆਏ। ਔਰ ਤੁਹਾਡੀ ਗੱਲ ਸਹੀ ਹੈ ਕਿ ਉਦੋਂ ਲੋਕ ਚਾਹ ਰਹੇ ਸੀ ਕਿ ਪੰਜਾਬ ਦੇ ਲਈ ਕੀ ਐਲਾਨ ਕਰਦੇ ਆ, ਕੀ ਸਹੂਲਤਾਂ ਦੇ ਦੇਣਗੇ, ਕਿਉਂਕਿ ਜਿਹੜਾ ਇਹ ਬੋਲੇ ਉਹੀ ਇੱਕ ਕਾਨੂੰਨ ਆ, ਉਹੀ ਇੱਕ ਸਹੂਲਤ ਆ ਜੋ ਇਹਨਾਂ ਕਹਿਤਾ। ਔਰ ਉਦੋਂ ਪੰਜਾਬ ਦੇ ਲਈ ਇਹ ਵੱਡੀ ਤੌਰ 'ਤੇ ਕੋਈ ਭਾਗਾਂ ਵਾਲੀ ਘੜੀ ਨਹੀਂ ਬਣੀ ਕਿ ਉਹਨਾਂ ਨੂੰ ਨਹੀਂ ਕੁਝ ਮਿਲਿਆ। ਪਰ ਹੁਣ ਫਿਰ ਇਹ ਗੱਲ ਦੁਬਾਰਾ ਦਰੁਸਤ ਤਰੀਕੇ ਨਾਲ ਆ ਗਈ ਆ ਕਿ ਉਹ ਚੰਡੀਗੜ੍ਹ ਦੇ ਨਾਲ ਇੱਕ ਏਰੀਆ ਹੈਗਾ, ਉੱਥੇ ਕੁਝ ਉਦਘਾਟਨ ਲਈ ਪਹੁੰਚ ਰਹੇ ਆ। ਪਰ ਉਦੋਂ ਪਹਿਲਾਂ ਜਿਹੜੀ ਪੰਜਾਬ ਸਰਕਾਰ ਉਹਨੇ ਫਿਰ ਐਤਕੀ ਬੜੇ ਤਰੀਕੇ ਨਾਲ ਜਿਹੜੀ ਸੁਰੱਖਿਆ ਦਾ ਜਿਹੜੇ ਧਿਆਨ ਨਾਲ ਵੇਖ ਲਿਆ ਕਿ ਕਿੱਥੇ ਸੁਰੱਖਿਆ ਚਾਹੀਦੀ ਹੈ, ਕਿੱਥੇ ਲੋਕਾਂ ਦਾ ਜਿਹੜੇ ਹਜੂਮ ਆ ਜਾਂ ਪ੍ਰਦਰਸ਼ਨੀਆਂ ਨਾ ਹੋਣ। ਅਤੇ ਇਹ ਬੜੇ ਸ਼ਾਂਤੀਪੂਰਵਕ ਤਰੀਕੇ ਨਾਲ ਆਪਣਾ ਸਟੇਜ ਨੂੰ ਨਿਭਾ ਕੇ ਅਤੇ ਜਿਹੜੀ ਪੰਜਾਬ ਦੀਆਂ ਇਸ਼ੂ ਨੇ ਜਾਂ ਪੰਜਾਬ ਦੇ ਜੋ ਮੁੱਦੇ ਨੇ ਉਹ ਲੋਕਾਂ ਨਾਲ ਸਾਂਝੇ ਕਰਨ। ਔਰ ਇਹ ਦੂਜੀ ਗੱਲ ਇਹ ਹੈਗਾ ਕਿ ਇਸ ਵੇਲੇ ਜਿਹੜੇ ਸੈਂਟਰ ਗੌਰਮੈਂਟ ਹੈ ਇਹਨਾਂ ਦਾ ਪੰਜਾਬ ਵੱਲ ਬਹੁਤ ਵੱਡਾ ਧਿਆਨ ਆ। ਇਸ ਕਰਕੇ ਵੀ ਆ ਕਿ ਇਹਦੇ ਵਿੱਚ 13 ਸੀਟਾਂ ਵੀ ਹੈਗੀਆਂ। ਦੂਜਾ ਹੈਗਾ ਕਿ ਪੰਜਾਬ ਦੀਆਂ ਸਹੂਲਤਾਂ ਦੇਣ ਲਈ ਵੀ ਇਹਨਾਂ ਦਾ ਵਧੀਆ ਜਿਹੜਾ ਧਿਆਨ ਹੋ ਗਿਆ। ਇਹਨਾਂ ਨੇ ਕਿਹਾ ਕਿ ਇਹਦੇ ਵਿੱਚ 3 ਮੰਤਰੀ ਜਿਹੜੇ ਕੈਬਨਿਟ ਮੰਤਰੀ ਆ ਲਗਾਤਾਰ ਆਉਂਦੇ ਜਾਂਦੇ ਰਹਿਣਗੇ। ਅਮਿਤ ਸ਼ਾਹ ਜੀ ਤਾਂ ਬਹੁਤ ਵਾਰੀ ਆਏ ਆ, ਚੰਡੀਗੜ੍ਹ ਆਏ ਆ, ਹਰਿਆਣਾ 'ਚ ਆਏ ਆ, ਪੰਜਾਬ 'ਚ ਵੀ ਆਏ ਆ। ਔਰ ਖ਼ਾਸ ਤੌਰ 'ਤੇ ਉਹਨਾਂ ਨੇ ਬਹੁਤ ਚੰਗੀਆਂ ਗੱਲਾਂ ਕੀਤੀਆਂ। 2-4 ਗੱਲਾਂ ਐਸੀਆਂ ਕਰਕੇ ਜਿਹੜੀਆਂ ਲੋਕਾਂ ਨੂੰ ਚੰਗੀਆਂ ਨਹੀਂ ਲੱਗੀਆਂ। ਹਾਂ, ਚੁੱਭਦੀਆਂ ਨੇ ਉਹ ਹੈਗੀਆਂ। ਔਰ ਉਹ ਇਹਨਾਂ ਦਾ ਹੁੰਦਾ ਆਪਣੇ ਰੂਲਿੰਗ ਪਾਰਟੀ ਦੇ ਧਿਆਨ ਨਾਲ ਚੱਲਣਾ, ਉੱਧਰ ਥੋੜ੍ਹਾ ਜਿਹਾ ਉਹਨਾਂ ਨੂੰ ਵੱਧ ਸਹੂਲਤਾਂ ਦੇਣੀਆਂ, ਕਿਉਂਕਿ ਹਰਿਆਣਾ ਇਹਨਾਂ ਦਾ ਆਪਣਾ ਸੂਬਾ, ਇਹਨਾਂ ਦੀ ਆਪਣੀ ਸਰਕਾਰ ਉੱਥੇ ਆ। ਉਹ ਇਸ ਕਰਕੇ ਵੀ ਥੋੜ੍ਹਾ ਜਿਹਾ ਇਹ ਹੈਗਾ। ਔਰ ਖੁਸ਼ੀ ਦੀ ਗੱਲ ਹੈ ਕਿ ਹੁਣ ਪ੍ਰਧਾਨ ਮੰਤਰੀ ਪੰਜਾਬ ਲਈ ਕੀ ਸੋਚਦੇ ਆ, ਕੀ ਕਹਿਣਗੇ, ਕਿਉਂਕਿ ਜਿਹੜੇ ਆਪਣੇ ਭਗਵੰਤ ਮਾਨ ਜੀ ਇਹਨਾਂ ਨਾਲ ਅੱਛੇ ਸਲੂਕ ਹੈ ਅਤੇ ਫੁਲਕਾਰੀ ਵੀ ਲੈ ਕੇ ਗਏ, ਚਰਖਾ ਵੀ ਲੈ ਕੇ ਗਏ, ਉਹਨਾਂ ਨੂੰ ਮਿਲੇ ਵੀ ਆ ਔਰ ਪਿਆਰ ਮੁਹੱਬਤ ਹੈਗੀ ਵੀ ਆ। ਜਦੋਂ ਇਹ MP ਸੀਗੇ ਉਦੋਂ ਵੀ ਇਹ ਮਿਲਦੇ ਰਹੇ ਉਹਨਾਂ ਨਾਲ। ਹੁਣ ਵੇਖੋ ਕਿਸ ਭਾਅ ਜਿਹੜਾ ਤੇਲ ਕਿਸ ਧਾਰਾ 'ਚ ਪੈਂਦਾ ਅਤੇ ਕੀ ਸਹੂਲਤਾਂ ਮਿਲਦੀਆਂ। ਔਰ ਤੁਸੀਂ ਅੱਗੇ ਦੱਸੋ ਕਿ ਇਹਦੇ ਨਾਲ ਹੋਰ ਕੀ ਜੁੜਦਾ ਹੈਗਾ? ਬਸ ਇਹਨਾਂ ਲਈ ਹੈ ਕਿ ਪੰਜਾਬ ਨੂੰ ਜਿਹੜੇ ਤੋਹਫੇ ਪੈਂਡਿੰਗ ਨੇ ਉਹ ਤੋਹਫੇ ਦੇ ਦਿੱਤੇ ਜਾਣ ਜੀ। ਔਰ ਖਾਸ ਗੁਜ਼ਾਰਿਸ਼ ਇਹ ਹੈ ਕਿ ਜਿਹੜੇ ਪੰਜਾਬ ਦੇ ਮਸਲੇ ਨੇ ਉਹ ਹੱਲ ਕੀਤੇ ਜਾਣ ਪੈਂਡਿੰਗ। ਔਰ ਜਿਵੇਂ ਨਵੇਂ ਰੇੜ ਕੇ ਪੈ ਗਏ ਨੇ ਪੰਜਾਬ ਯੂਨੀਵਰਸਿਟੀ ਦਾ ਔਰ ਵਿਧਾਨ ਸਭਾ ਦਾ, ਹਾਈ ਕੋਰਟ ਦਾ, ਔਰ ਸਾਰੇ ਜਿਹੜੇ ਚੰਡੀਗੜ੍ਹ ਦੇ ਮੁਲਾਜ਼ਮ ਨੇ ਉਹਨਾਂ ਨੂੰ ਸੈਂਟਰ ਗਵਰਨਮੈਂਟ ਦੇ ਮੁਲਾਜ਼ਮ ਬਣਾ ਦਿੱਤਾ ਗਿਆ। ਸੋ ਇਸ ਤਰ੍ਹਾਂ ਦੀਆਂ ਕਈ ਚੀਜ਼ਾਂ ਨੇ ਜੋ ਪੰਜਾਬ ਵਾਸੀਆਂ ਨੂੰ ਚੁੱਭਦੀਆਂ ਨੇ ਕਿ ਕਿੱਧਰ ਨੂੰ ਜਾ ਰਹੀ ਹੈ ਗੱਲ। ਖੈਰ, ਇਹ ਪਾਰਟੀ ਦੀ ਸਟ੍ਰੈਟਜੀ ਆ ਕਿ 2024 ਦੀਆਂ ਇਲੈਕਸ਼ਨਸ ਨੂੰ ਮੁੱਖ ਰੱਖ ਕੇ ਕਿ ਪੰਜਾਬ ਦੀਆਂ ਸੀਟਾਂ ਨੂੰ ਕਿੱਦਾਂ ਅਸੀਂ ਆਪਣੇ ਕਬਜ਼ੇ 'ਚ ਲੈਣਾ। 13 ਦੀਆਂ 13 ਲੈਣਾ ਚਾਹ ਰਹੇ ਆ ਨਾ। ਇਹਨਾਂ ਨੂੰ ਪਤਾ ਕਿ ਇਸ ਵੇਲੇ ਜਿਹੜਾ ਮੁੱਦਾ ਹੈਗਾ ਕਿ ਜਿਹੜੀ ਜਿਹੜੀ ਆ ਗਈ ਹੈ ਨਾ ਪਾਰਟੀ, ਇਹ ਹੁਣ ਕਾਂਗਰਸ ਦੇ ਬਰਾਬਰ ਨਹੀਂ ਚੱਲ ਸਕੀ ਕਿਉਂਕਿ ਉਹ ਤਾਂ ਨੈਸ਼ਨਲ ਪਾਰਟੀ ਆ। ਪਰ ਉਹਨਾਂ ਨੂੰ ਲੱਗਦਾ ਵੀ ਤੀਜਾ ਫਰੰਟ ਆ ਗਿਆ ਅਤੇ ਇਹਨੂੰ ਥੋੜ੍ਹੀ ਜਿਹੀ ਢਾਲ ਲਾਉਣ ਲਈ ਅਸੀਂ ਥੋੜ੍ਹਾ ਜਿਹਾ ਅੱਗੇ ਵਧੀਏ ਔਰ ਪੰਜਾਬ ਦੇ ਲੋਕਾਂ ਨੂੰ ਆਪਣੇ ਤਰੀਕੇ ਨਾਲ ਪਿਆਰ ਮੁਹੱਬਤ ਦਈਏ ਅਤੇ ਉਹ ਸਾਡੇ ਲਈ ਇਸ ਤਰੀਕੇ ਨਾਲ ਸੋਚਣ ਅਤੇ ਸਾਨੂੰ 13 ਦੇ 13
ਸੀਟਾਂ ਸਾਡੇ ਝੋਲੀ ਪੈ ਜਾਣ। ਬਿਲਕੁਲ ਪੱਕੇ ਪੈਰੀ ਹੋਣਾ ਚਾਹੁੰਦੇ ਨੇ ਔਰ ਕੁਝ ਵੱਡੇ ਵੱਡੇ ਚਿਹਰੇ ਜਿਵੇਂ ਸੁਨੀਲ ਜਾਖੜ ਸਾਹਿਬ ਨੂੰ ਆਪਣੇ ਵੱਲ ਖਿੱਚ ਰਿਹਾ ਹੈ ਸੇ ਕੈਪਟਨ ਸਾਹਿਬ ਤੇ ਪਹਿਲਾਂ ਹੀ ਚਲੇ ਗਏ ਨੇ, ਉਹਨਾਂ ਦੇ ਨਾਲ ਹਾਕੀ ਖੇਡਦੇ ਪਏ ਨੇ ਆਪਣੀ ਉਹ ਉਹਨਾਂ ਦੀ ਆਪਣੀ ਗੇਮ ਹੁੰਦੀ ਹੈ। ਖੈਰ ਚਲੋ ਬੜੇ ਬਹੁਤ ਵੱਡੇ ਅੱਛੇ ਗੋਲਕੀਪਰ ਆ। ਦੇਖੋ ਹੁਣ ਅੱਗੇ ਕੀ ਬਣਦਾ ਹੈ ਤੇ ਮੋਦੀ ਸਾਹਿਬ ਕੀ ਕਹਿੰਦੇ ਨੇ ਅੱਗੇ ਆ ਕੇ, ਤੇ ਹੁਣ 24 ਤਰੀਕ ਨੂੰ ਪਤਾ ਲੱਗਣਾ। ਖੈਰ ਅੱਗੇ ਆਪਾਂ ਵਧਦੇ ਹਾਂ। ਦਿੱਲੀ ਦੇ ਵਿੱਚ ਮਨੀਸ਼ ਸਿਸੋਦੀਆ ਜੀ ਜੋ ਆਮ ਆਦਮੀ ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਔਰ ਦਿੱਲੀ ਦੇ ਉਪ ਮੁੱਖ ਮੰਤਰੀ ਨੇ, ਉਹਨਾਂ ਦੇ ਉੱਤੇ CBI ਰੇਡ ਹੋਈ ਸੀ ਆਬਕਾਰੀ ਨੀਤੀ ਦਾ ਕੋਈ ਘੁਟਾਲਾ ਲੈ ਕੇ, ਤੇ ਮਿਲਿਆ ਤਾਂ ਹਜੇ ਕੁਝ ਨਹੀਂ ਹੈ। ਜਿਹੜੇ ਬਾਕੀ ਦੇ ਦੋਸ਼ੀ ਵੀ ਗ੍ਰਿਫਤਾਰ ਹੋਏ ਸੀ ਔਰ ਇਹਨਾਂ ਦੇ ਖਿਲਾਫ ਵੀ ਪਹਿਲਾਂ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ, ਹੁਣ ਇਹਨਾਂ ਦੇ ਖਿਲਾਫ ਵਾਪਸ ਲੈ ਲਿੱਤਾ ਗਿਆ, ਪਰ ਬਾਕੀ ਜੋ 8 ਮੁਲਾਜ਼ਮ ਨੇ ਉਹਨਾਂ ਦੇ ਖਿਲਾਫ ਲੁੱਕਆਊਟ ਨੋਟਿਸ ਜਾਰੀ ਹੈ। ਹੁਣ ਦੇਖੋ CBI ਕਿਸ ਨਤੀਜੇ ਤੇ ਪਹੁੰਚਦੀ, ਕਿਉਂਕਿ CBI ਦੇ ਰੇਟਸ, ਸੈਂਟਰਲ ਏਜੰਸੀਜ਼ ਦੇ ਰੇਟਸ ਇਹ ਅੱਜ ਕੱਲ੍ਹ ਆਮ ਗੱਲ ਬਣ ਗਈ ਹੈ ਪੂਰੇ ਭਾਰਤ ਦੇ ਵਿੱਚ, ਕਿਤੇ ਵੀ ਹੋ ਜਾਂਦੇ ਨੇ। ਇਹ ਗੱਲ ਠੀਕ ਹੈ ਕਿ ਇਹਨੂੰ ਪਹਿਲਾਂ ED ਦੇ ਜਿਹੜੇ ਹੋਏ ਆ ਛਾਪੇ ਵੱਜੇ ਆ ਜਾਂ ਇਨਕੁਆਇਰੀ ਹੋਈ ਆ, ਉਹ 'ਚ ਲੋਕਾਂ ਨੂੰ ਬੁਲਾ ਕੇ ਉਹਨਾਂ ਦੀ ਪੁੱਛ ਪੜਤਾਲ ਵੀ ਕੀਤੀ, ਜਿਹਦੇ ਵਿੱਚ ਕਾਂਗਰਸ ਦੇ ਖਾਸ ਨੇਤਾ ਆਏ ਆ, ਜਿਹਦੇ ਵਿੱਚ ਰਾਹੁਲ ਗਾਂਧੀ, ਉਹ ਵਿਚਾਰਾ ਲੰਚ ਤੱਕ ਦਿੰਦੇ ਉਹਨੂੰ ਛੁੱਟੀ, ਮੁੜ ਕੇ ਰੋਟੀ ਖਾਣ ਦੀ ਛੁੱਟੀ ਲੈ ਕੇ ਚੱਲ ਜਾਂਦਾ। ਫਿਰ ਉਹਦੀ ਮਦਰ ਸੋਨੀਆ ਗਾਂਧੀ ਵੀ ਇਹਦੇ ਵਿੱਚ ਪੁੱਛ ਪੜਤਾਲ 'ਚ ਇਨਵੋਲਵ ਰਹੀ ਆ ਔਰ ਉਹਨਾਂ ਦਾ ਨੈਸ਼ਨਲ ਹੈਰਾਲਡ ਜਿਹੜੀ ਅਖਬਾਰ ਆ ਉਹਦਾ ਰੌਲਾ ਰਿਹਾ। ਉਹਨਾਂ ਦਾ ਮਾੜਾ ਜਿਹਾ ਹੌਲਾ ਭਾਰ ਹੋਇਆ ਤੇ ਇਹਨਾਂ ਨੇ ਆ ਕੇ ਜਿਹੜੀ ਦਿੱਲੀ ਸਰਕਾਰ ਆ ਉਹਦੇ ਮੰਤਰੀ ਜਿਹੜੇ ਹੈਗੇ ਆ, ਐਜੂਕੇਸ਼ਨ ਮਿਨਿਸਟਰ ਵੀ ਰਹੇ ਆ, ਮੁੱਖ ਮੰਤਰੀ ਵੀ ਆ ਔਰ ਚੰਗੇ ਸਟੇਟਸ ਵਾਲੇ ਜਿਹੜੇ ਆ ਮੰਤਰੀ ਆ, ਉਹਨਾਂ ਨੂੰ ਇਹਨਾਂ ਨੇ CBI ਦੇ ਰੇਡ ਦੇ ਅੰਦਰ ਛਾਪੇ ਮਾਰੇ ਆ ਔਰ ਉਹਨਾਂ ਦੇ ਨਾਲ ਲੱਗਦੇ ਹੋਰ 10-11 ਬੰਦੇ ਆ ਜਿਨ੍ਹਾਂ ਨੂੰ ਇਹਨਾਂ ਨੇ ਛਾਪਿਆਂ ਦੇ ਨਾਲ ਉਹਨਾਂ ਦੀ ਪੁੱਛ ਪੜਤਾਲ ਕੀਤੀ ਆ ਔਰ ਇਹਨਾਂ ਦੇ ਘਰ ਛਾਪਾ ਮਾਰਿਆ, ਰੇਡ ਕੀਤਾ ਮਨੀਸ਼ ਸਿਸੋਦੀਆ ਜੀ ਦੇ ਘਰ ਕੀਤਾ ਔਰ ਇਹਨਾਂ ਨੂੰ ਉੱਥੋਂ ਕੁਛ ਇੰਨਾ ਕੁਛ ਮਿਲਿਆ ਨਹੀਂ। ਪਰ ਜਿਹੜਾ ਮਨੀਸ਼ ਸਿਸੋਦੀਆ ਜੀ ਉਹਨਾਂ ਨੇ ਕਹਿ ਤਾ ਅੱਗੇ ਕਿ ਜਿਹੜਾ ਮੋਦੀ ਸਾਹਿਬ ਨੂੰ ਮੁਖਾਤਬ ਹੋ ਕੇ ਕਿ ਮੈਂ ਆ ਗਿਆ ਇੱਥੇ, ਮੈਂ ਇੱਥੇ ਦਿੱਲੀ 'ਚ ਘੁੰਮ ਰਿਹਾ, ਤੁਸੀਂ ਦੱਸੋ ਮੈਨੂੰ ਕੀ ਕਰਨਾ ਤੇ ਕਿੱਥੇ ਬੁਲਾਓਗੇ। ਉਹਨੇ ਬਾਕਾਇਦਾ ਤੌਰ 'ਤੇ ਵੰਗਾਰ ਕੇ ਕਿਹਾ, ਜਿਹਨੂੰ ਪੰਜਾਬੀ 'ਚ ਕੀਤਾ, ਚੈਲੰਜ ਕੀਤਾ ਕਰਕੇ ਕਿਹਾ। ਪਰ ਹੁਣ ਇਹ ਗੱਲ ਬਣਦੀ ਹੈ ਕਿ ਉਹਨਾਂ ਨੇ ਜਿਹੜਾ ਲੁੱਕਆਊਟ ਨੋਟਿਸ ਹੈ ਉਹ ਇਹਨਾਂ ਨੂੰ ਨਹੀਂ, ਇਹਨਾਂ ਨੂੰ ਤੋਂ ਬਾਹਰ ਕੱਢ ਦਿੱਤਾ। ਇਹਨਾਂ ਦੇ ਜਿਹੜੇ EMPLOYEE ਉਹਨਾਂ ਨੂੰ ਬਾਹਰ ਕੱਢਤਾ, ਕਿਉਂਕਿ ਜਿਹੜਾ EMPLOYEE ਹੈ ਬਾਹਰ ਜਾਊਗਾ, ਲੁੱਕਆਊਟ ਨੋਟਿਸ ਇਹ ਹੁੰਦਾ ਕਿ ਜਦੋਂ ਬਾਹਰ ਜਾਣ ਦੀ ਇੱਕ ਥੋੜ੍ਹੀ ਜਿਹੀ ਮੰਗਣੀ ਪੈਂਦੀ ਪਰਮਿਸ਼ਨ, ਉਹ ਉਹਨਾਂ ਨੂੰ ਗੌਰਮੈਂਟ ਨੇ ਆਲਰੇਡੀ ਨਹੀਂ ਦੇਣੀ ਕਿਉਂਕਿ ਉਹਨਾਂ ਦੇ ਕੇਸ ਚੱਲ ਰਿਹਾ, ਉਹ ਉਹਨਾਂ 'ਤੇ ਨਹੀਂ ਲੁੱਕਆਊਟ ਨੋਟਿਸ ਦਿੱਤਾ ਤੇ ਬਾਕੀ 8 ਜਿਹੜੇ ਮੈਂਬਰ ਨੇ ਉਹਨਾਂ 'ਤੇ ਕਰ ਦਿੱਤਾ ਜਿਹੜੇ ਦੂਸਰੇ ਨਾਲ ਲੱਗਦੇ ਨੇ। ਬਿਲਕੁਲ ਉਹ ਹੁਣ ਇਸੇ ਕਰਕੇ ਇਹਨਾਂ ਨੇ ਕਹਿਤਾ ਕਿ ਉਹ ਸਿਸੋਦੀਆ ਜੀ ਨੇ ਕਹਿਤਾ ਕਿ ਮੈਨੂੰ ਦੱਸੋ ਵੀ ਮੈਂ ਕਿੱਥੇ ਆਵਾਂ ਤੇ ਕੀ ਕਰਨਾ ਮੇਰੇ ਤੇ, ਅਜੇ ਤੱਕ ਕੋਈ ਸਬੂਤ ਨਹੀਂ, ਕੁਝ ਨਹੀਂ ਮਿਲਿਆ। ਉਹ ਕਹਿੰਦਾ ਮੈਨੂੰ ਜਿੱਥੇ ਮਰਜ਼ੀ ਲੈ ਜਾਓ, ਮੈਨੂੰ 7ਵੇਂ ਅਸਮਾਨ ਤੇ ਟੰਗ ਦਿਓ, ਮੇਰੇ ਚੋਂ ਕੁਝ ਨਹੀਂ ਮਿਲਣਾ। ਹੁਣ ਦੇਖੋ CBI ਕੀ ਕਰਦੀ। ਬਿਲਕੁਲ ਜੀ, ਮਾਨ ਸਾਹਿਬ ਨੇ ਵੀ ਸਟੇਟਮੈਂਟ ਦਿੱਤੀ ਸੀ ਕਿ ਇਸ ਤਰ੍ਹਾਂ ਜੇ ਤੰਗ ਕੀਤਾ ਜਾਏਗਾ ਤੇ ਫਿਰ ਕੰਮ ਕਿੱਦਾਂ ਚੱਲਣਾ, ਸਰਕਾਰ ਕਿਵੇਂ ਚੱਲਣੀ ਹੈ, ਕਿਉਂਕਿ ਚੌਥੇ ਦਿਨ ਕਿਸੇ ਨਾ ਕਿਸੇ ਦੇ ਮਗਰ ਕੋਈ ਨਾ ਕੋਈ ਸੈਂਟਰਲ ਏਜੰਸੀ ਲੱਗੀ ਹੁੰਦੀ ਹੈ ਤੇ ਉਹ ਆਪਣਾ ਕੰਮਕਾਰ ਛੱਡ ਕੇ ਉਹ ਏਜੰਸੀ ਨੂੰ ਭੁਗਤਾਨ ਲੱਗਾ ਹੁੰਦਾ ਕਿ ਦੇਖੋ ਇਹ ਕੀ ਮੰਗਦੇ ਨੇ, ਤੁਹਾਨੂੰ ਕੀ ਚਾਹੀਦਾ। ਬਾਕੀ ਮਾਨ ਸਾਹਿਬ ਦੀ ਗੱਲ ਠੀਕ ਹੈ ਕਿ ਇਸ ਤਰ੍ਹਾਂ ਅਗਰ ਚੱਲਾਂਗੇ ਤਾਂ ਕਿੱਦਾਂ ਸਰਕਾਰ ਚੱਲੂਗੀ। ਠੀਕ ਹੈ, ਜਿੱਥੇ CBI ਦੇ ਰੇਟਸ ਹੋਣੇ ਚਾਹੀਦੇ ਨੇ, ਸੈਂਟਰਲ ਏਜੰਸੀਜ਼ ਦੇ ਰੇਟਸ ਹੋਣੇ ਚਾਹੀਦੇ ਨੇ, ਓਕੇ ਹੋਣੇ ਚਾਹੀਦੇ ਨੇ, ਪਰ ਜਿੱਥੇ ਤੁਸੀਂ ਜਾਣ-ਬੁੱਝ ਕੇ ਐਵੇਂ ਹੀ ਕੋਈ ਨਾ ਕੋਈ ਗੱਲ ਕੱਢ ਕੇ ਤੇ ਉਹ ਖਿਲਾਫ ਉਹਨਾਂ ਦੇ ਕਾਰਵਾਈ ਕਰੋ ਤੇ ਵਿੱਚੋਂ ਲੱਭੇ ਕੱਖ ਨਾ, ਸਭ ਵੇਸਟੇਜ ਆਫ ਟਾਈਮ। ਕਿਉਂ ਇੱਦਾਂ ਕਰਦੇ ਪਏ ਆਪਾਂ? ਪਰ ਦੇਖੋ ਜਿਹੜੀ CBI ਜਾਂ ਇੰਟੈਲੀਜੈਂਸ ਆ, ਜਿਹੜੀਆਂ ਇਹ ਫੋਰਸਾਂ ਨੇ, ਇਹਨਾਂ ਨੂੰ ਤਾਂ ਪਤਾ ਹੁੰਦਾ, ਉਹ ਦਿੱਲੀ ਬੈਠੇ ਆ, ਦਿੱਲੀ ਹੈੱਡਕੁਆਟਰ ਉਹਨਾਂ ਦਾ CBI ਦਾ। ਉਦੋਂ ਵੀ ਤਾਂ ਉੱਥੇ ਸਰਕਾਰ ਆ, ਉਦੋਂ ਅੱਖਾਂ ਬੰਦ ਸੀਗਾ, ਉਦੋਂ ਨਹੀਂ ਦੇਖਿਆ ਗਿਆ। ਹੁਣ ਆ ਕੇ ਜਦੋਂ ਕੋਈ ਬੰਦਾ ਦੁਬਾਰਾ ਆ ਕੇ ਦੂਜੀ ਇਲੈਕਸ਼ਨ ਆ ਜਾਂਦੀ ਹੈ ਜਾਂ ਦੂਜੀ ਕੋਈ ਨਾ ਕੋਈ ਚੋਣ ਆ ਜਾਂਦੀ ਹੈ, ਉਦੋਂ ਫਿਰ ਇਹਨਾਂ ਦੀ ਜਾਗ ਖੁੱਲ੍ਹ ਜਾਂਦੀ ਹੈ। ਇਸੇ ਤਰ੍ਹਾਂ ED ਸਾਹਿਬ ਨੇ ਵੀ ਕੀਤਾ, ਇੱਧਰੋਂ ਵੀ ਇੱਧਰ ਆ ਗਿਆ। ਇਹ 'ਚ ਕਾਂਗਰਸ ਔਰ ਆਪ ਜਿਹੜੀਆਂ ਸਰਕਾਰਾਂ, ਜਿਹੜੀਆਂ ਰੂਲਿੰਗ ਪਾਰਟੀ 'ਚ ਰਹੀਆਂ, ਜਿਹੜੀਆਂ ਆਪੋਜੀਸ਼ਨ 'ਚ, ਉਹ ਹਮੇਸ਼ਾ ਹੀ ਬਲੀ ਦਾ ਬੱਕਰਾ ਬਣਦੀਆਂ ਰਹੀਆਂ ਔਰ ਬਣਦੀਆਂ ਰਹਿਣਗੀਆਂ। ਇਸੇ ਤਰ੍ਹਾਂ ਦਾ ਹੀ ਹੈਗਾ। ਹੁਣ ਲੱਭਿਆ ਤੇ ਨਾ ਦੇਖੋ ਰਾਹੁਲ ਗਾਂਧੀ 'ਚੋਂ ਕੁਛ ਮਿਲਿਆ, ਆਇਆ ਕੁਛ, ਪਤਾ ਲੱਗਾ ਕੁਛ ਸਬੂਤ ਦਾ। ਦੇਖੋ ਉਹਦੇ ਨਾਲ ਸੋਨੀਆ ਗਾਂਧੀ 'ਚੋਂ ਕੋਈ ਗੱਲ ਨਿਕਲੀ, ਨਹੀਂ ਨਿਕਲੀ। ਹੁਣ ਇਹ ਪਾਸੇ ਪਲੜਾ ਆ ਗਿਆ, ਹੁਣ ਇੱਧਰ ਦੇਖੋ ਕੀ ਬਣਦਾ ਹੈਗਾ। ਇਹ ਵੀ ਸਾਰਾ ਕੁਛ ਮੈਂਟਲ ਟੈਨਸ਼ਨ ਦਾ ਇੱਕ ਸਾਰਾ ਮਨਸੂਬਾ ਯੈਸ ਇਹੀ ਮੰਨਿਆ ਜਾਂਦਾ, ਕਿਉਂਕਿ ਵਿਸ਼ਵਾਸ ਜਿਹਾ ਨਹੀਂ ਰਹਿ ਗਿਆ। ਚੌਥੇ ਦਿਨ ਕਿਤੇ ਨਾ ਕਿਤੇ ਰੇਡ, ਇੱਦਾਂ ਲੱਗਦਾ ਕਿ ਜਿਵੇਂ ਬਿਲਕੁਲ ਇਹਨਾਂ ਏਜੰਸੀਆਂ ਨੂੰ ਇਸਤੇਮਾਲ ਕੀਤਾ ਜਾ ਰਿਹਾ ਪੋਲੀਟੀਕਲ ਮਾਈਲੇਜ ਵਾਸਤੇ, ਇੱਦਾਂ ਲੱਗਦਾ ਹੈ। ਐਕਸਪਰਟਸ ਮੰਨਦੇ ਨੇ, ਜਦੋਂ ਤਨਖਾਹ ਦਿੰਦੇ ਨਾ ਉਹਨਾਂ ਨੂੰ, ਤੇ ਉਹਨੂੰ ਕਹਿੰਦੇ ਤਨਖਾਹ ਸਾਡੇ ਖਜ਼ਾਨੇ 'ਚ ਜਾਣੀ ਤਾਂ ਸਾਡੇ ਆ ਕੇ ਲਾ ਕੇ ਆਹ ਕੰਮ ਕਰੋ ਜਿਹੜਾ ਹੈਗਾ। ਇਹਨਾਂ ਨੂੰ ਜਿਹੜਾ ਭਾਜਣਾ ਪਾਓ ਤਾਂ ਕਿ ਇਹਨਾਂ ਨੂੰ ਪਤਾ ਲੱਗੇ ਕਿ CBI ਵੀ ਹੈ। 5 ਸਾਲ ਦੀ ਟਰਨ ਵੀ ਵਧਾ ਦਿੱਤੀ ਸੀ, ਉਹ ਵੀ ਸੁਪਰੀਮ ਕੋਰਟ ਨੇ ਪੁੱਛਿਆ ਸੀ ਕਿ ਕਿਹੜੇ ਲਾਅ ਦੇ ਮੁਤਾਬਿਕ ਤੁਸੀਂ ਵਧਾਈ ਹੈ, ਵਧਾਈ ਸੀ ਇਹਨਾਂ ਨੇ ED ਵਾਲੀ। ਯੈਸ ED ਦੀ ਵਧਾ ਦਿੱਤੀ ਸੀ, ਉਹਦਾ ਵੀ ਪਤਾ ਨਹੀਂ ਜਵਾਬ ਹਜੇ ਦਿੱਤਾ ਕਿ ਨਹੀਂ, ਪੈਂਡਿੰਗ ਹੈ ਸ਼ਾਇਦ। ਪਰ ਇਹ ਲੱਗਦਾ ਵੀ ਇਹ ਮਨਮਾਨੀ ਨਹੀਂ ਗਈ, ਕਿਤੇ ਨਾ ਕਿਤੇ ਰਾਜਤਾ ਨਹੀਂ ਹੈਗੀ ਇਹਦੇ 'ਚ ਕਿ ਆਪਣੇ ਆਪ ਨਹੀਂ ਗੱਲ ਹੁੰਦੀ। ਫਿਰ ਡੈਮੋਕ੍ਰੇਸੀ ਦਾ ਜਿਹੜਾ ਫਾਰਮੂਲਾ ਜਾਂ ਡੈਮੋਕ੍ਰੇਸੀ ਕਿੱਥੇ ਗਈ, ਲੋਕਾਂ ਦੀ ਸਹਿਮਤੀ ਕਿੱਥੇ ਗਈ ਹੈ ਨਾ, ਬੁਨਿਆਦੀ ਜਿਹੜਾ ਢਾਂਚਾ ਉਹ ਕੀ ਕਰ ਰਿਹਾ। ਜ਼ਿਆਦਾ ਹੀ ਹੋ ਰਿਹਾ ਹੁਣ ਆਪਣੇ ਮੁਲਕ ਦੇ ਵਿੱਚ। ਪਹਿਲਾਂ ਹੁੰਦਾ ਸੀ ਪਰ ਕਿਤੇ ਲਕੋ ਦੇ ਨਾਲ ਹੁੰਦਾ ਸੀ, ਹੁਣ ਤਾਂ ਸਰੇਆਮ ਹੋ ਰਿਹਾ, ਸਰੇਆਮ ਹੋ ਰਿਹਾ।
ਔਰ ਕੁਝ ਜ਼ਿਆਦਾ ਹੀ ਹੋ ਰਿਹਾ ਹੈ। ਹਾਂ ਐਦਾਂ ਹੀ ਲੱਗ ਰਿਹਾ ਕਿ ਜਿਵੇਂ ਨਾ ਬਾਕੀਆਂ ਨੂੰ ਡੰਡੇ ਨਾਲ ਹੱਕਿਆ ਜਾ ਰਿਹਾ ਕਿ ਜਿੱਧਰ ਨੂੰ ਅਸੀਂ ਚਾਹੁੰਦੇ ਹਾਂ ਚਲੋ 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 ਡੰਡਾ ਫੜਿਆ ਹੋਇਆ ਉਧਰ ਹੱਕ ਕੇ ਤੁਰੇ ਜਾਂਦੇ ਨੇ। ਮਤਲਬ ਦੇਸ਼ ਨੂੰ ਜਿੱਦਾਂ ਚਲਾਉਣਾ ਚਾਹੁੰਦੇ ਨੇ ਆਪਣੀ ਮਰਜ਼ੀ ਦੇ ਮੁਤਾਬਿਕ ਚਲਾ ਰਹੇ ਨੇ। ਜੀ ਸਾਡੀ ਮਰਜ਼ੀ ਚੱਲੂਗੀ, ਅਸੀਂ 1 ਇੰਚ ਪਿੱਛੇ ਨਹੀਂ ਹਟਾਂਗੇ ਆਪਣੇ ਫੈਸਲੇ ਤੋਂ। ਕਿਉਂ ਨਹੀਂ ਹਟੋਗੇ? ਇਹਦਾ ਕੋਈ ਰੀਜ਼ਨ, ਕੋਈ ਲੌਜਿਕ? ਡੈਮੋਕ੍ਰੇਸੀ ਹੈ, ਜਿੱਥੇ ਤੁਸੀਂ ਗਲਤੀ ਕਰੋਗੇ ਉੱਥੇ ਤੁਹਾਨੂੰ 1 ਇੰਚ ਕੀ ਤੁਹਾਨੂੰ 1 ਫੁੱਟ ਪਿੱਛੇ ਹਟਣਾ ਪੈਣਾ, ਕਿਉਂਕਿ ਪਬਲਿਕ ਹੈ। ਸੋ ਪਬਲਿਕ ਦੀ ਜੋ ਪਾਵਰ ਹੈ ਉਹ ਪਬਲਿਕ ਦੀ ਪਾਵਰ ਹੈ, ਔਰ ਪਬਲਿਕ ਜਦੋਂ ਆਪਣੀ ਆਈ ਤੇ ਆਉਂਦੀ ਹੈ, ਫਿਰ ਤੁਸੀਂ ਦੇਖਿਆ ਹੀ ਹੈ ਜੋ ਪੰਜਾਬ ਦੇ ਵਿੱਚ ਉਹਨਾਂ ਨੇ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਹਰਾ ਦਿੱਤਾ। ਪਬਲਿਕ ਆਪਣੀ ਆਈ ਤੇ ਆਈ, ਸਭ ਨੂੰ ਘਰ ਬਿਠਾ ਦਿੱਤਾ, ਆਮ ਆਦਮੀ ਪਾਰਟੀ ਆ ਗਈ ਹੈ। ਹੁਣ ਪਬਲਿਕ ਸੋਚ ਰਹੀ ਹੈ, ਇਹ ਵੀ ਵੇਖ ਰਹੀ ਹੈ ਵੀ ਜਦੋਂ ਰੋਜ਼ ਦਿਹਾੜੀ ਹੱਲਾ ਬੋਲ ਮੁਹਿੰਮ ਆ, ਇਹਦੇ ਤੇ ਈਡੀ ਦਾ ਰੇਡ ਹੋ ਗਿਆ, ਇਸ ਪਾਰਟੀ ਤੇ CBI ਦਾ ਹੋ ਗਿਆ, ਇੱਧਰ ਇੰਟੈਲੀਜੈਂਸ ਆ ਗਈ ਆ, ਉਹਦੇ ਤੇ ਕੇਸ ਹੋ ਰਿਹਾ, ਔਰ 9-9 ਘੰਟੇ ਜਿਹੜੀ ਪੁੱਛ ਪੜਤਾਲ ਹੁੰਦੀ ਰਹਿੰਦੀ ਹੈ। ਕਾਗਜ਼ ਵੇਖਦੇ, ਉਹਨਾਂ ਦੇ ਡਾਕੂਮੈਂਟ ਵੇਖ ਲਿਆ, ਆਫਿਸ ਉਹਨਾਂ ਦੇ ਸੀਲ ਕਰ ਦਿੱਤੇ ਗਏ, ਪਰ ਉਹਦੇ ਵਿੱਚੋਂ ਕੀ ਨਿਕਲਿਆ ਇਹ ਨਹੀਂ ਦੱਸਿਆ ਗੌਰਮੈਂਟ ਨੇ ਜਾਂ ਉਹਨਾਂ ਏਜੰਸੀਆਂ ਨੇ ਲੋਕਾਂ ਨੂੰ ਵੀ ਆਹ ਅਸੀਂ ਕੱਢ ਲਿਆ, ਆਹ ਦੇਖੋ ਸਬੂਤ ਹੈਗੇ ਆ। ਫਿਰ ਤਾਂ ਲੋਕ ਖੁਸ਼ ਹੋ ਜਾਣਗੇ, ਅੱਛੀ ਗੱਲ ਹੈ, ਕਿਉਂਕਿ ਜਿਹੜੇ ਪਾਵਰ 'ਚ ਹੁੰਦੇ ਆ ਕਰਦਾ ਤਾਂ ਹਰ ਕੋਈ ਹੈਗਾ। ਇਹਦੇ ਵਿੱਚ ਪੰਜਾਬ ਦੀਆਂ ਜਿਹੜੀ ਸਰਕਾਰਾਂ, ਇਹਦੇ 'ਚ ਮੰਤਰੀ ਦੇਖੋ ਕਿੰਨੇ ਫੜੇ ਗਏ, ਕਾਂਗਰਸ ਦੇ ਟਾਈਮ ਤੇ ਕਿੰਨੇ ਫੜੇ ਗਏ, ਕਿੰਨੇ ਕੇਸ ਚੱਲ ਰਹੇ ਅਜੇ ਤੱਕ, ਕਿੰਨਿਆਂ ਤੇ ਅਜੇ ਤੱਕ ਸਾਰਾ ਜੁਡੀਸ਼ਰੀ ਲੱਭ ਰਹੀ ਹੈ। ਔਰ ਇਸੇ ਤਰ੍ਹਾਂ ਦਿੱਲੀ ਦੇ ਕਿੰਨੇ ਕੇਸ ਗਏ ਆ। ਹੁਣ ਆ ਕੇ ਸਿਸੋਦੀਆ ਜੀ ਤੇ ਬਣ ਗਿਆ, ਉਦੋਂ ਪਹਿਲਾਂ ਜਿਹੜੇ ਬਾਕੀ ਮੰਤਰੀ ਆ ਜੈਨ ਉਹਨਾਂ ਤੇ ਹੋਇਆ ਸੀਗਾ। ਬੰਗਾਲ ਦੇ ਮੰਤਰੀ ਆ ਉਹਨਾਂ ਕੋਲ ਕਿੰਨਾ ਪੈਸਾ ਫੜਿਆ ਗਿਆ, ਉਹਨਾਂ ਦੀ ਇੱਕ ਮੂੰਹ ਬੋਲੀ ਭੈਣ ਜਾਂ ਬੇਟੀ ਆ, ਉਹਦੇ ਫਲੈਟ 'ਚੋਂ ਕਿੰਨੇ ਕਰੋੜ ਰੁਪਈਆ ਕੈਪਚਰ ਹੋ ਗਿਆ। ਇਹ ਨਹੀਂ ਕੋਈ ਵੀ ਪੋਲੀਟੀਕਲ ਪਾਰਟੀ ਕਰਦੀ ਹੈ, ਪਰ ਉਹਨਾਂ ਨੂੰ ਉਦੋਂ ਇੰਟੈਲੀਜੈਂਸ, ਉਦੋਂ CBI ਜਾਂ ਜਿਹੜੀਆਂ ਏਜੰਸੀਆਂ ਨੇ ਜਿਨ੍ਹਾਂ ਨੇ ਸੁਰੱਖਿਆ ਕਰਨੀ ਆ, ਉਹ ਉਦੋਂ ਕੀ ਕਰਦੀਆਂ? ਉਹ ਇਸ ਕਰਕੇ ਨਹੀਂ ਬੋਲਦੀਆਂ ਕਿਉਂਕਿ ਉਹ ਰੂਲਿੰਗ ਪਾਰਟੀ ਹੈ। ਰੂਲਿੰਗ ਪਾਰਟੀ ਜਿਹੜੀ ਆ ਉਹਨਾਂ ਦੀ ਗੱਲ ਨੂੰ ਨਹੀਂ ਅੱਖੋਂ ਪਰੋਖੇ ਕਰ ਦੂਗੀ। ਜਦੋਂ ਇਹ ਪਾਵਰ 'ਚੋਂ ਹਟ ਗਏ, ਦੂਜੀ ਪਾਰਟੀ ਆ ਗਈ, ਉਹਨਾਂ ਨੇ ਉੱਤੇ ਰੱਖ ਲੈਣਾ ਛਾਪਾ ਵੀ ਚਲੋ ਜੀ ਚੱਕੋ ਤੇ ਆਹ ਕੰਮ ਇਹਨਾਂ ਨੂੰ ਫੜੋ ਤੇ ਅੰਦਰ ਕਰੋ। ਦੇਖੋ ਸਾਡੇ ਕੀ ਡਿਵੈਲਪਮੈਂਟ ਹੋਣੀ ਹੈ, ਕੀ ਲੋਕਾਂ ਦਾ ਤੁਸੀਂ ਸਹੂਲਤਾਂ ਦਿਓਗੇ, ਦੇਖੋ ਕੀ ਦੇਸ਼ ਬਾਰੇ ਸੋਚੋਗੇ। ਤੁਹਾਡੇ ਕੋਲ ਪਾਵਰ ਹੈਗੀ ਹੈ, ਹੁਣ ਤੁਸੀਂ ਪਾਵਰ ਦਾ ਯੂਜ਼ ਕਰਦੇ ਹੋ ਕਿ ਮਿਸਯੂਜ਼ ਕਰਦੇ ਹੋ, ਇਹ ਤੁਹਾਨੂੰ ਬਿਹਤਰ ਪਤਾ ਹੈ। ਕਾਨੂੰਨ ਨੂੰ ਤੋੜ ਮਰੋੜ ਕੇ, ਸੰਵਿਧਾਨ ਨੂੰ ਆਪਣੇ ਕਵਰ ਅਪ ਦੇ ਲਈ ਇਸਤੇਮਾਲ ਕਰਕੇ ਆਪਣੀ ਮਨਮਰਜ਼ੀ ਅੰਦਰੋਂ ਕਰਦੇ ਪਏ ਹੋ, ਇਹ ਤੁਹਾਨੂੰ ਪਤਾ ਤੁਸੀਂ ਕਿਹੜੀ ਗੇਮ ਖੇਡਦੇ ਪਏ ਹੋ। ਬਜ਼ੁਰਗ ਕਹਿੰਦੇ ਨੇ ਐਕਸੈਸ ਆਫ ਐਵਰੀਥਿੰਗ ਇਜ਼ ਬੈਡ, ਠੀਕ ਹੈ ਨਾ। ਖੁਦਾ ਦਾ, ਰੱਬ ਦਾ ਤੇ ਅੱਤ ਦਾ ਵੈਰ ਹੁੰਦਾ, ਕਹਿੰਦੇ ਨੇ ਅੱਤ ਖੁਦਾ ਦਾ ਵੈਰ ਹੈ, ਅੱਤ ਹੁੰਦੀ ਮਾੜੀ। ਤੇ ਜਦ ਪਹਿਲੀ ਵਾਰ ਦੁਰਾਨੀਆਂ ਨੇ ਹਿੰਦ ਲਤਾੜੀ, ਉਹਨਾਂ ਪੱਤਾ ਕਰਕੇ ਧਰਤ ਦਾ ਕਰ ਦਿੱਤਾ ਫਾੜੀ। ਇਹ ਹੈਗਾ ਕਿ ਸਾਰਾ ਧਰਤ ਨੂੰ ਪਾੜ ਦੇਣਗੇ, ਫਾੜੀ ਕਰ ਦੇਣਗੇ ਲੋਕਾਂ ਨੂੰ। ਇਹ ਹੋਗਾ, ਇਹ ਹੁਣ ਕਹਿੰਦਾ ਸਕੈਟਰਡ ਕਰ ਰਹੇ ਲੋਕਾਂ ਨੂੰ, ਇਹ ਹੈਗਾ। ਪਰ ਅੱਤ ਤੇ ਖੁਦਾ ਦਾ ਵੈਰ ਹੁੰਦਾ ਹੈ ਨਾ, ਐਕਸੈਸ ਇਜ਼ ਵੈਰੀ ਬੈਡ, ਐਵਰੀਥਿੰਗ ਇਜ਼ ਬੈਡ। ਸੋ ਆਪਾਂ ਅੱਗੇ ਵਧਦੇ ਹਾਂ ਜੀ। ਰਾਹੁਲ ਗਾਂਧੀ ਦੀ ਤੁਸੀਂ ਗੱਲ ਕੀਤੀ ਸੀ, ਤੋਂ ਰਾਹੁਲ ਗਾਂਧੀ ਜੀ ਇੱਕ ਸਟੇਟਮੈਂਟ ਦੇ ਰਹੇ ਨੇ ਕਿ ਆਮ ਲੋਕਾਂ ਤੇ ਕਾਰਪੋਰੇਟਾਂ ਨਾਲੋਂ ਵੱਧ ਟੈਕਸ ਲਗਾਏ ਗਏ ਨੇ। ਮਤਲਬ ਕਾਰਪੋਰੇਟਸ ਦੇ ਉੱਤੇ ਇੰਨੇ ਟੈਕਸ ਨਹੀਂ ਲਗਾਏ ਜਾਂਦੇ, ਔਰ ਉਹਨਾਂ ਦੇ ਟੈਕਸ ਮਾਫ ਵੀ ਹੋ ਜਾਂਦੇ ਨੇ। ਉਹ ਵੱਡੇ ਲੋਨ ਵੀ ਲੈਂਦੇ ਨੇ, ਉਹ ਵੀ ਲੋਨ ਜਿਹੜੇ ਨੇ ਮਾਫ ਹੋ ਜਾਂਦੇ ਨੇ। ਪਰ ਆਮ ਲੋਕ ਜਿਹੜੇ ਨੇ ਉਹ ਵਿਚਾਰੇ ਭੁਗਤਦੇ ਨੇ। ਇਹ ਕਿਸੇ ਨੇ 50,000 ਦਾ ਵੀ ਲੋਨ ਲਿੱਤਾ ਹੋਵੇ, ਉਹਨੂੰ ਵੀ ਛਿੱਕੇ ਟੰਗਿਆ ਹੁੰਦਾ, ਜੇ ਉਹ ਡਿਫਾਲਟਰ ਹੋ ਜਾਂਦਾ ਬੈਂਕ ਉਹਦੇ ਪਿੱਛੇ ਪਿਆ ਹੁੰਦਾ। ਪਰ ਇੱਥੇ ਅਰਬਾਂ ਰੁਪਏ ਦੇ ਕਾਰਪੋਰੇਟਸ ਨੇ ਲੋਨ ਲਿੱਤੇ ਨੇ। ਸਾਡੇ 2 ਮਹਾਨ ਹਸਤੀਆਂ ਤੇ ਬਾਹਰ ਹੀ ਬੈਠੀਆਂ ਹੋਈਆਂ ਨੇ, ਕਿੰਗ ਫਿਸ਼ਰ ਵਾਲੇ, ਉਹ ਪਤਾ ਨਹੀਂ ਉਹਨਾਂ ਨੇ ਕਦੋਂ ਆਉਣਾ ਹੈ। ਇੱਕ ਹੋਰ ਉਹਨਾਂ ਦਾ ਵੀ ਸਰਨੇਮ ਮੋਦੀ ਹੈ, ਉਹ ਵੀ ਬਾਹਰ ਬੈਠੇ ਹੋਏ ਨੇ। ਸੋ ਉਹ ਵੀ ਕਾਫੀ ਵੱਡੇ ਘੁਟਾਲੇ ਕਰਕੇ ਬਾਹਰ ਬੈਠੇ ਨੇ। ਨੀਰਵ ਮੋਦੀ ਉਹਦੇ ਨਾਲ ਉਹ ਵੀ ਬਾਹਰ ਬੈਠੇ ਹੋਏ ਨੇ। ਜਿੰਨੇ ਵੀ ਕਾਰਪੋਰੇਟ ਦੀ ਗੱਲ, ਵੈਸੇ ਰਾਹੁਲ ਗਾਂਧੀ ਦੀ ਗੱਲ ਸਹੀ ਹੈ। ਜਿਹੜਾ ਆਮ ਆਦਮੀ ਉਹਦੇ ਤੇ ਜਿਹੜੇ ਟੈਕਸ ਜ਼ਿਆਦਾ ਵਸੂਲੇ ਜਾ ਰਹੇ, ਜਿਹੜੇ ਕਾਰਪੋਰੇਟ ਆ ਉਹਨਾਂ ਕੋਲ ਟੈਕਸ ਬਿਲਕੁਲ ਨਹੀਂ ਲਏ ਜਾਂਦੇ। ਜਿਸ ਤਰ੍ਹਾਂ GST ਟੈਕਸ ਹੈਗਾ, ਇਹ ਉਹਨਾਂ ਤੇ ਲੱਗਦਾ। ਜਿੱਦਾਂ ਆਪਾਂ ਕੋਈ ਰੈਸਟੋਰੈਂਟ ਚਲੇ ਗਏ, ਰੋਟੀ ਖਾ ਰਹੇ ਹਾਂ, ਉੱਤੇ ਲੱਗ ਗਿਆ ਟੈਕਸ। ਤੁਸੀਂ ਕੋਈ ਸਮਾਨ ਖਰੀਦਿਆ, ਲੱਕੜ ਖਰੀਦੀ ਹੈ, ਟੈਕਸ। ਕਿੱਥੇ ਲੋਹਾ ਖਰੀਦ ਰਹੇ ਜੇ, ਟੈਕਸ। ਇੱਟਾਂ ਖਰੀਦ ਰਹੇ ਜੇ, ਟੈਕਸ ਤੁਹਾਡੇ ਤੇ ਉਹ ਹੈਗਾ। ਪਰ ਇਸੇ ਕਰਕੇ ਜਦੋਂ ਤੁਸੀਂ ਘਰ ਬਣਾਉਂਦੇ ਜੇ, ਛੱਤ ਬਣਾਉਂਦੇ ਜੇ ਆਪਣੇ ਲਈ, ਉੱਤੇ ਅਨੇਕਾਂ ਟੈਕਸ ਤੁਹਾਡੇ ਤੇ ਆ ਲੱਗਦੇ ਆ, ਤੇ ਤੁਹਾਡਾ ਘਰ ਬੜਾ ਮਹਿੰਗੇ ਤੌਰ ਤੇ ਬਣਦਾ। ਦੂਜੀ ਗੱਲ ਰਹਿ ਗਈ ਫਿਰ ਲੋਨ ਲੈਣ ਦੀ, ਜਿਹੜੀ ਤੁਸੀਂ ਹੁਣ ਕੀਤੀ ਆ। ਲੋਨ ਦੇ ਵਿੱਚ ਤੁਸੀਂ ਪਤਾ ਨਹੀਂ ਕਿੰਨੀਆਂ ਫਾਰਮੈਲਿਟੀਆਂ ਪੂਰੀਆਂ ਕਰੋਗੇ। ਉਹਦੇ ਵਿੱਚ ਤੁਹਾਡੇ ਆਧਾਰ ਕਾਰਡ, ਉਹਦੇ ਤੁਹਾਡਾ ਪੈਨ ਕਾਰਡ, ਉਹਦੇ ਤੁਹਾਡਾ ਬਾਕੀ ਜਿਹੜੀਆਂ ID ਆ ਉਹ ਸਾਰੀਆਂ ਇਕੱਠੀਆਂ ਕਰਨਗੇ। ਫਿਰ ਤਾਂ ਕਹਿਣਗੇ ਤੁਸੀਂ ਬਾਕੀ ਜਿਹੜਾ ਪੈਸਾ ਤੁਹਾਡੇ ਕੋਲ ਕਿੰਨਾ ਬੈਲੈਂਸ, ਬੈਂਕ ਵਾਲਿਆਂ ਦੇ ਪਹਿਲਾਂ ਬੈਲੈਂਸ ਦਿਖਾਓ ਕਿੰਨਾ ਹੈਗਾ। ਬੈਲੈਂਸ ਦਿਖਾਓਗੇ, ਉਹ 'ਤੇ ਤੁਸੀਂ ਕਰਾ ਕੇ ਜਿਹੜਾ ਹੈਗਾ ਟੈਕਸ ਤੁਹਾਡੇ 'ਤੇ ਲੱਗਣਗੇ, ਸਾਰਾ ਕੁਝ ਦੇ ਕੇ ਪੈਸਾ ਦੇਣਗੇ। ਜਿਹੜਾ ਪੈਸਾ ਤੁਹਾਨੂੰ ਦਿੱਤਾ ਵਾ ਉਹਦੀ ਫਿਰ ਜਿਹੜਾ ਤੁਹਾਡਾ ਇੰਟਰਸਟ ਹੀ ਦਿੱਤਾ ਜਾਊਗਾ, ਮੂਲ ਫਿਰ ਪੂਰੇ ਦਾ ਪੂਰਾ। ਜਦੋਂ ਤੁਸੀਂ 8 ਸਾਲ ਹੋ ਗਏ, 8 ਸਾਲ 'ਤੇ ਦੇ 9 ਲੱਖ ਲਿਆ ਵਾ, ਤੇ ਤੁਹਾਡਾ 8.5 ਲੱਖ ਪਿਆ ਉੱਦਾਂ ਹੀ। ਤੁਸੀਂ ਪੁੱਛੋਗੇ ਕੀ ਗੱਲ ਇਹ ਪੂਰਾ ਹੋਇਆ ਨਹੀਂ? ਆਉਂਦੇ ਨੇ ਜੀ ਇੰਟਰਸਟ ਦਿੱਤਾ ਤੁਸੀਂ, ਬਾਕੀ ਤਾਂ ਮੂਲ ਹੋਣੇ ਦਾ ਮੂਲ ਹੀ ਹੈਗਾ। ਇਸ ਕਰਕੇ ਕਰਜ਼ਾ ਜਿਹੜਾ ਨਾ ਇਹ ਮੂਲ ਨਾਲੋਂ ਆਉਂਦੇ ਦਾ ਵੱਧ ਜ਼ਿਆਦਾ ਉਹੀ ਰਹਿ ਜਾਂਦਾ। ਤੇ ਇਹ ਹੁਣ ਉਹਨਾਂ ਦੀ ਗੱਲ ਸਹੀ ਹੈ ਕਿ ਬੰਦਾ ਪਿਸ ਕੌਣ ਰਿਹਾ? ਆਮ ਆਦਮੀ, ਕਾਮਨ ਆਦਮੀ ਇਸ ਪ੍ਰੋਬਲਮ ਨੂੰ ਫੇਸ ਕਰ ਰਿਹਾ। ਦੂਜੇ ਬੰਦੇ ਮੌਜਾਂ ਲੈ ਰਹੇ ਆ, ਉਹਨਾਂ ਬੈਂਕ ਵਾਲੇ ਸਲੂਟ ਮਾਰਦੇ ਆ, ਲਿਆਓ ਜੀ ਕਿੱਥੇ ਹੈਗਾ ਤੁਹਾਡਾ, ਕਿੰਨਾ ਲੋਨ ਲੈਣਾ, ਲਓ ਜੀ ਹੋ ਗਿਆ। ਉਹ 5 ਦਿਨਾਂ ਬਾਅਦ
ਫਲਾਈਟ ਲੈ ਕੇ UK, ਉਹ ਮਿਲਦਾ ਹੀ ਨਹੀਂਗਾ। ਜਿੱਦਾਂ ਤੁਸੀਂ ਮੋਦੀ ਦੀ ਗੱਲ ਕੀਤੀ ਹੈ, ਦੂਜੇ ਮੋਦੀ ਜਿਹੜੇ ਬੈਠੇ ਸੀ ਕਿੰਗਫਿਸ਼ਰ ਵਾਲੇ, ਕਿਆ ਉਹ ਵੇਖੋ ਉਹਨਾਂ ਲੋਕਾਂ 'ਤੇ ਹੁਣ ਇਹ ਬੈਂਕਾਂ ਕੀ ਐਕਸ਼ਨ ਲੈ ਰਹੀਆਂ। ਮਰਦਾ ਕੌਣ ਆ? ਮਾੜਾ ਗਰੀਬ, ਜਿਹਨੂੰ ਬੰਦੇ ਨੂੰ ਪੈਸੇ ਦੀ ਜ਼ਰੂਰਤ ਆ। ਪਹਿਲੀ ਗੱਲ ਤਾਂ ਗਰੀਬ ਕਰਜ਼ਾ ਲੈਂਦਾ ਹੀ ਨਹੀਂ, ਉਹਨੂੰ ਪਤਾ ਵਿਚਾਰਾ ਡਰਦਾ ਕਿ ਮੈਂ ਪਿਸ ਜੂੰਗਾ ਇਹਦੇ 'ਚ। ਜਿਹੜੇ ਆਮ ਲੋਕਾਂ ਦੇ ਪੈਸੇ ਬੈਂਕਾਂ 'ਚ ਪਏ ਨੇ ਉਹ ਔਰ ਗਵਰਨਮੈਂਟ ਆਫ ਇੰਡੀਆ ਨੇ, ਸੈਂਟਰਲ ਗਵਰਨਮੈਂਟ ਨੇ ਉਹਦੇ ਉੱਤੇ ਲੋਨ ਲਿੱਤਾ ਹੋਇਆ ਬੈਂਕਾਂ ਤੋਂ, ਔਰ ਮੈਕਸਿਮਮ ਲੋਨ ਇੰਟਰਨਲ ਸੋਰਸਿਸ ਤੋਂ ਹੈ। ਬਾਹਰੋਂ ਖੁਦਾ ਦਾ ਸ਼ੁਕਰ ਹੈ, ਬਾਹਰੋਂ ਰੱਬ ਦਾ ਮਿਹਰ ਹੈ ਕਿ ਬਾਹਰੋਂ ਇੰਨਾ ਲੋਨ ਨਹੀਂ ਸਾਡੇ ਉੱਤੇ, ਜਿਵੇਂ ਵਰਲਡ ਬੈਂਕ ਦਾ ਹੋ ਗਿਆ ਜਾਂ IMF ਦਾ ਹੋ ਗਿਆ। ਸਾਡਾ ਇੰਟਰਨਲ ਲੋਨ ਜ਼ਿਆਦਾ ਹੈ ਭਾਰਤ ਸਰਕਾਰ ਦਾ, ਔਰ ਉਹਨੂੰ ਦੇਖਦੇ ਹੋਏ ਐਕਸਪਰਟਸ ਕਹਿੰਦੇ ਨੇ ਕਿ ਸਾਡਾ ਜਿਹੜਾ ਬੈਂਕਾਂ 'ਚ ਪੈਸਾ ਪਿਆ ਹੈ ਉਹ ਵੀ ਰਿਸਕ ਤੇ ਹੈ। ਆਹੋ, ਕੀ ਪਤਾ ਕਿਹੜੇ ਵੇਲੇ ਆ ਜਾਣਾ। ਪਰ ਬੈਂਕਾਂ ਨੇ ਵੀ ਕਹਿਤਾ ਕਿ ਜੇ ਲੋਕਰ ਟੁੱਟ ਗਿਆ, ਜੇ ਪੈਸਾ ਤੁਹਾਡਾ ਗਿਆ ਤਾਂ ਅਸੀਂ 3 ਲੱਖ ਤੋਂ ਵੱਧ ਨਹੀਂ ਦੇਵਾਂਗੇ, ਤੁਹਾਡਾ ਉੱਥੇ ਭਾਵੇਂ 35 ਲੱਖ ਪਿਆ ਵਾ। ਇਹ ਜਿਹੜੀਆਂ ਗੌਰਮੈਂਟ ਦੀਆਂ ਬੈਂਕਾਂ ਇਹ 'ਚੋਂ ਤਾਂ ਤੁਸੀਂ ਵਸੂਲ ਕਰ ਲਓਗੇ, ਜਿਹੜੀਆਂ ਪ੍ਰਾਈਵੇਟ ਬੈਂਕਾਂ ਉਹ 'ਚੋਂ ਤੁਹਾਡਾ 40 ਲੱਖ ਆ ਜਾਂ ਕਰੋੜ ਪਿਆ ਹੈਗਾ ਤਾਂ ਮਿਲਣਾ ਤੁਹਾਨੂੰ 3 ਲੱਖ ਆ। ਲੋਕਰ ਟੁੱਟ ਗਿਆ, ਸੋਨਾ ਵੀ ਨਹੀਂ ਲੱਭਦਾ। ਉਹ ਕਹਿੰਦੇ ਜਦੋਂ ਅਸੀਂ ਲਾਸ ਚਲੇ ਗਏ ਤਾਂ ਅਸੀਂ ਤੁਹਾਨੂੰ ਕੀ ਦੇਵਾਂਗੇ। ਇਹ ਸਿਕਿਉਰਿਟੀ ਹੈ ਤੁਹਾਡੀ। ਅਤੇ ਕਾਰਪੋਰੇਟ ਨੂੰ ਪੂਰੇ ਦਾ ਪੂਰਾ ਤੋਲ ਕੇ ਸਾਰਾ ਕੁਝ ਪੈਸਾ ਮਿਲੂਗਾ, ਸੋਨਾ ਤੋਲ ਕੇ ਮਿਲੂਗਾ, A to Z ਸਾਰਾ ਕੁਝ ਮਿਲੂਗਾ ਹਰ ਵੇਲੇ। ਉਹ ਤਕੜੇ ਦਾ 37 ਵੀ 100 ਵਾਲੀ ਗੱਲ ਹੁੰਦੀ ਆ, ਬਾਕੀਆਂ ਲਈ ਤਾਂ 20-50 100 ਆ, ਦੂਜਿਆਂ ਦਾ 7 ਦੂਣੀ 14 140 ਵੀ ਉਹੀ 100 ਆ। ਗੱਲ ਇਹ ਨਾ ਉਹ ਸਾਰਾ ਨੈਟਵਰਕ ਬਣਿਆ ਹੋਇਆ ਹੈ। ਬਿਜ਼ਨਸਮੈਨ, ਪੋਲੀਟੀਸ਼ੀਅਨਸ, ਬਿਊਰੋਕਰੈਟਸ ਇਹ ਮਿਲ ਕੇ ਦੇਸ਼ ਨੂੰ ਚਲਾਉਂਦੇ ਨੇ, ਤੇ ਜਿਹੜੀਆਂ ਨੀਤੀਆਂ ਇਹਨਾਂ ਨੂੰ ਆਪ ਨੂੰ ਸੂਟ ਕਰਦੀਆਂ ਨੇ ਉਹ ਇਹਨਾਂ ਦੀਆਂ ਨੀਤੀਆਂ ਨੇ। ਔਰ ਪਾਵਰ ਦੇ ਵਿੱਚ ਹਮੇਸ਼ਾ ਕਿਵੇਂ ਬਣੇ ਰਹਿਣਾ, ਸੱਤਾ ਦੇ ਵਿੱਚ ਕਿਵੇਂ ਹਮੇਸ਼ਾ ਕਾਇਮ ਰਹਿਣਾ, ਉਹ ਇਹਨਾਂ ਦੀ ਸਾਰੀ ਗੇਮ ਹੈ। ਔਰ ਜਿਹੜੇ ਲੋਕ ਇਹਨਾਂ ਨੂੰ ਸਪੋਰਟ ਕਰਦੇ ਨੇ ਪਾਵਰ ਵਿੱਚ ਬਣੇ ਰਹਿਣ ਵਾਸਤੇ, ਉਹ ਲੋਕ ਇਹਨਾਂ ਦੇ ਸਾਥੀ ਨੇ, ਚਾਹੇ ਉਹ ਕਾਰਪੋਰੇਟਸ ਨੇ, ਚਾਹੇ ਉਹ ਬਿਊਰੋਕਰੇਟਸ ਨੇ। ਇੱਕ ਟੀਮ ਹੈ, ਇੱਕ ਕਲੱਬ ਹੈ, ਉਹਦੇ ਵਿੱਚ ਨਾ ਤੁਹਾਨੂੰ ਐਂਟਰੀ ਹੈ ਨਾ ਮੈਨੂੰ ਐਂਟਰੀ ਹੈ। ਉਹਦੇ 'ਚ ਸਾਨੂੰ ਕਿਉਂ ਨਹੀਂ ਐਂਟਰੀ? ਕਿਉਂਕਿ ਅਸੀਂ ਆਮ ਲੋਕਾਂ ਨੂੰ ਉਹਦੇ 'ਚ ਐਂਟਰੀ ਨਹੀਂ ਹੈ। ਇਹ ਵੱਡੇ ਲੋਕਾਂ ਦੀਆਂ ਗੱਲਾਂ ਨੇ। ਵੱਡੇ ਲੋਕ ਆਪਣੀ ਮਰਜ਼ੀ ਨਾਲ ਦੇਸ਼ ਨੂੰ ਚਲਾਉਂਦੇ ਨੇ, ਔਰ ਅਸੀਂ ਬੈਠ ਕੇ ਇੱਦਾਂ ਦੇਖਦੇ ਹੁੰਦੇ ਹਾਂ ਕਿ ਟਿਕਟ ਲਿੱਤੀ ਹੋਈ ਹੈ, ਸਿਨੇਮਾ ਦੇਖਦੇ ਪਏ ਹਾਂ ਅਸੀਂ। ਪਰ ਇਹ ਜਿੱਦਾਂ ਹੁਣ ਰਾਹੁਲ ਗਾਂਧੀ ਨੇ ਮੁੱਦਾ ਲਿਆ, ਜਿੱਦਾਂ ਕੰਮ ਕੀਤਾ, ਪਰ ਉਹਨਾਂ ਨੂੰ ਪਤਾ ਇਹਨਾਂ ਦੀ ਵੀ ਸਰਕਾਰ ਆਉਂਦੀ ਆ। ਜੇ ਇਹ ਨਹੀਂ ਕਰ ਸਕੀ ਸਰਕਾਰ ਜਾਂ ਨਹੀਂ ਕਰਨਾ ਚਾਹੁੰਦੀ ਤੇ ਇਹਨਾਂ ਨੂੰ ਇਹ ਚਾਹੀਦਾ ਇਹ ਤਹਈਆ ਕਰ ਲੈਣ। ਜੇ ਇਹਨਾਂ ਦੀ ਗੌਰਮੈਂਟ ਆਉਂਦੀ ਆਓ ਤਾਂ ਸਹੀ ਕਿਤੇ ਨਾ ਕਿਤੇ, ਹੈ ਕਿ ਨਹੀਂ। ਜਦੋਂ ਇਹ ਗੌਰਮੈਂਟ ਕਿਉਂਕਿ ਇਸ ਵੇਲੇ ਮੇਜਰ ਪਾਰਟੀ ਆ ਇਹਨਾਂ ਦੀ, ਜਿਹੜੀ ਵਿਰੋਧੀ ਪਾਰਟੀਆਂ ਦੇ ਵਿੱਚ ਪ੍ਰਮੁੱਖ ਪਾਰਟੀ ਹੈ, ਤੇ ਜੇ ਇਹ ਨਹੀਂ ਕੰਮ ਕਰ ਰਹੇ ਤੇ ਘੱਟੋ ਘੱਟ ਰਾਹੁਲ ਗਾਂਧੀ ਨੂੰ ਚੇਤਾ ਰੱਖਣਾ ਚਾਹੀਦਾ ਕਿ ਜਦੋਂ ਸਾਡੀ ਸਰਕਾਰ ਆਉਂਦੀ ਆ ਅਸੀਂ ਇਹਨੂੰ ਪੂਰੀਆਂ ਸਹੂਲਤਾਂ ਦੇ ਕੇ ਤੇ ਅਸੀਂ ਟੈਕਸ ਘੱਟ ਲਾਵਾਂਗੇ। ਪਰ ਇਹ ਉਦੋਂ ਇਹ ਵੀ ਭੁੱਲ ਜਾਣਗੇ ਜਦੋਂ ਗੱਦੀ ਤੇ ਬੈਠੇ, ਇਹ ਵੀ ਉਸੇ ਤਰ੍ਹਾਂ ਸੋਚ ਰੱਖਣਗੇ ਜੋ ਇਸ ਵੇਲੇ ਸੋਚ ਚੱਲ ਰਹੀ ਹੈ। ਇਹਨਾਂ ਫਿਰ ਗਰੀਬ ਲਈ ਕਿਸੇ ਨੂੰ ਨਹੀਂ ਕਰਨਾ, ਕਿਉਂਕਿ ਉਹ ਟਾਈਮ ਤੇ ਆਂਦੇ ਵੀ ਗਰੀਬ ਵੀ ਅਸੀਂ ਖਤਮ ਕਰ ਦਾਂਗੇ, ਬਹੁਤ ਜਲਦੀ ਖਤਮ ਕਰ ਦਾਂਗੇ। ਕਿਉਂਕਿ ਲੋਕਾਂ ਨੂੰ ਇਹ ਪਤਾ, ਲੋਕ ਹੱਸਣ ਲੱਗ ਪੈਂਦੇ ਵੀ ਗਰੀਬ ਦੀ ਖਤਮ ਹੋ ਜਾਣੀ। ਜਦੋਂ ਰੋਟੀ ਨਾ ਮਿਲੀ, ਜਦੋਂ ਕਿਸੇ ਨੂੰ ਕੱਪੜਾ ਨਾ ਮਿਲਿਆ, ਜਦੋਂ ਰਹਿਣ ਲਈ ਛੱਤ ਨਾ ਮਿਲੀ ਤੇ ਗਰੀਬੀ ਖਤਮ ਆ, ਉਹ ਆਪਣੇ ਆਪ ਹੀ ਮਰ ਜਾਣੇ ਵਿਚਾਰੇ। ਤੁਸੀਂ ਗੱਲ ਦੇਖੋ, ਹੁਣ 2 ਗਰੁੱਪਸ ਆਪਾਂ ਮੰਨਦੇ ਹਾਂ, ਇੱਕ ਅੰਬਾਨੀ ਤੇ ਅਡਾਨੀ। ਬਿਲਕੁਲ। ਅਡਾਨੀ ਜਿਹੜੇ ਨੇ ਉਹ ਅੰਬਾਨੀ ਨਾਲੋਂ ਜ਼ਿਆਦਾ ਅਮੀਰ ਹੋ ਰਹੇ ਨੇ, ਔਰ ਦੁਨੀਆ ਦੇ ਸ਼ਾਇਦ 5 ਜੋ ਪਹਿਲੇ 10 ਨੇ ਉਹਨਾਂ ਵਿੱਚੋਂ ਇੱਕ ਨੇ ਸ਼ਾਇਦ। ਨਹੀਂ, ਟਾਟਾ ਰਤਨ ਦਾ ਵੀ ਬਹੁਤ ਨਾਮ ਆ, ਬਹੁਤ ਨਾਮ ਹੈ। ਇਹ ਇਹਨਾਂ ਦੀ ਸਾਰੀਆਂ ਉਹਨਾਂ ਕੋ ਆ ਗਈਆਂ। ਜੋ ਅਡਾਨੀ ਦੀ ਦੌਲਤ ਹੈ ਉਹ ਬਹੁਤ ਜ਼ਿਆਦਾ ਵੱਧ ਰਹੀ ਹੈ। ਦੁਨੀਆ ਦੇ ਵੱਡੇ ਕਾਰਪੋਰੇਟਸ ਦੀ ਦੌਲਤ ਸ਼ਾਇਦ ਘਟ ਰਹੀ ਹੋਵੇ, ਇਹਨਾਂ ਦੀ ਕਈ ਗੁਣਾ ਜ਼ਿਆਦਾ ਵੱਧਦੀ ਪਈ ਹੈ। ਅਬਾਨੀ ਵੀ ਬਹੁਤ ਅੱਗੇ ਚਲੇ ਗਏ, ਅਬਾਨੀ ਵੀ ਬਹੁਤ ਅੱਗੇ ਗਏ ਨੇ। ਇਹਨਾਂ ਦੀਆਂ ਰਿਪੋਰਟਸ ਆਉਂਦੀਆਂ ਪਈਆਂ ਨੇ, ਜਿਹੜੀਆਂ ਏਜੰਸੀਜ਼ ਰਿਪੋਰਟਸ ਦਿੰਦੀਆਂ ਨੇ। ਇਹ 2 ਬਿਜ਼ਨਸਮੈਨ ਅਡਾਨੀ ਤੇ ਅੰਬਾਨੀ ਗਰੁੱਪ ਇਹ ਬਹੁਤ ਤੇਜ਼ੀ ਨਾਲ ਅੱਗੇ ਵਧ ਰਹੇ ਨੇ, ਔਰ ਐਕਸਪਰਟਸ ਇਹ ਮੰਨਦੇ ਨੇ ਕਿ ਇਹਨਾਂ ਨੂੰ ਗਵਰਨਮੈਂਟ ਵੱਲੋਂ ਬੈਕਅਪ ਹੈ, ਇਸ ਕਰਕੇ ਇਹ ਕਾਫੀ ਰਾਈਜ਼ ਕਰਦੇ ਪਏ ਨੇ, ਔਰ ਬਾਕੀ ਇੰਨਾ ਰਾਈਜ਼ ਨਹੀਂ ਕਰਦੇ ਪਏ। ਔਰ ਦੂਸਰੀ ਰਿਪੋਰਟਸ ਇਹ ਵੀ ਸੀਗੀਆਂ ਕਿ 2014 ਤੱਕ ਜਾਂ 2014 ਤੋਂ ਪਹਿਲਾਂ 55 to 60 ਇੰਨੇ ਕੁ ਬਿਲੀਅਨ ਹੈ, ਇੰਨਾ ਕਿ ਸਾਡੇ ਕੋਲ ਅਰਬਪਤੀ ਸੀਗੇ। ਔਰ ਹੁਣ ਇਸ ਵਕਤ 2022 ਚੱਲਦਾ ਪਿਆ ਹੈ, 150 ਦੇ ਕਰੀਬ ਅਰਬਪਤੀ ਹੋ ਚੁੱਕੇ ਨੇ। ਮਤਲਬ 100 ਦੇ ਕਰੀਬ ਬੰਦਾ ਕਿੱਥੋਂ ਵੱਧ ਗਿਆ। ਜਿਹੜੇ ਆਪਾਂ 14 ਵਰਲਡ ਦੇ ਵਿੱਚ ਗਿਣ ਰਹੇ ਆ ਨਾ, ਜਿਹੜੇ ਟੌਪ ਤੇ ਹੈਗੇ ਆ ਰਿਚੈਸਟ ਲੋਕਾਂ 'ਚ, ਅਡਾਨੀ ਅੰਬਾਨੀ ਦਾ ਉਹਨਾਂ ਦੇ ਨਾਮ ਪ੍ਰਮੁੱਖ ਤੌਰ ਤੇ ਆ ਰਿਹਾ ਇਹਨਾਂ 'ਚੋਂ, ਕਿਉਂਕਿ ਇਹਦੇ 'ਚ ਤਾਂ ਲੋਕ ਇਸ ਗੱਲ ਨੂੰ ਖੁਸ਼ ਆ ਕਿ ਚਲੋ ਘੱਟੋ ਘੱਟ ਭਾਰਤ ਦਾ ਨਾਂ ਤਾਂ ਆਉਂਦਾ ਹੈ ਨਾ। ਜੇ ਪੋਲੂਸ਼ਨ ਤੇ ਦਿੱਲੀ ਦਾ ਪਹਿਲੇ ਨੰਬਰ ਤੇ ਆ ਜਾਂਦਾ, ਬਾਕੀ ਸ਼ਹਿਰਾਂ ਦਾ ਬਹੁਤ ਆ ਜਾਂਦਾ ਪਹਿਲੋਂ ਵਰਲਡ 'ਚ, ਤੇ ਆਂਦੇ ਚਲੋ ਇੰਡੀਆ ਦਾ ਨਾਂ ਤਾਂ ਹੈਗਾ, ਭਾਵੇਂ ਦੂਜੇ ਪਾਸੇ ਨਾਂ ਤਾਂ ਆ ਗਿਆ, ਪਰ ਜਿਹੜਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ, ਇਹ ਪੈਸਾ ਕਿਹਦਾ ਹੈ ਨਾ। ਮੈਂ ਉਹੀ ਗੱਲ ਕਰ ਰਿਹਾ, ਪੈਸਾ ਤਾਂ ਆਮ ਲੋਕਾਂ ਦਾ ਹੈ, ਸਰਕੂਲੇਟ ਹੋ ਕੇ ਉੱਥੇ ਪਹੁੰਚ ਗਿਆ। ਗੱਲ ਇਹ ਵਾਲੀ ਲੋਕ ਹਾਸੇ 'ਚ ਕਹਿ ਰਹੇ ਆ, ਇਹ ਕਹਿ ਰਹੇ ਆ ਵਿਅੰਗਾਤਮਕ ਤੌਰ ਤੇ ਕਹਿ ਰਹੇ ਆ। ਕਰਪਸ਼ਨ ਦੇ ਵਿੱਚ ਵੀ ਸਾਡਾ ਟੌਪ ਦੇ ਵਿੱਚ ਨਾਂ, ਉਹ ਤਾਂ ਹੁੰਦਾ ਹੀ ਹੈ, ਤੇ ਕੰਟਰੀ ਟੌਪ 5 ਦੇ ਵਿੱਚ ਸਾਡਾ ਨਾਂ ਹੈ ਕਰਪਸ਼ਨ ਦੇ। ਔਰ ਇੰਟਰਨੈਸ਼ਨਲ ਲੈਵਲ ਤੇ ਕਈ ਵਾਰ ਇਹ ਕਿਹਾ ਜਾਂਦਾ ਕਿ ਇੰਡੀਆ ਇਜ਼ ਦ ਲੈਂਡ ਆਫ ਕਰਪਸ਼ਨ। ਵਾਹ, ਭਾਵੇਂ ਇਹਨਾਂ ਹੈਲਪਲਾਈਨ ਸ਼ੁਰੂ ਕੀਤੀ ਆ, ਇਹਨਾਂ ਨੇ ਜ਼ੋਰ ਲਾ ਲਿਆ ਵੈਸੇ ਪੰਜਾਬ ਗੌਰਮੈਂਟ ਦਾ ਕੋਈ ਇੱਦਾਂ ਦੀ ਗੱਲ ਨਹੀਂ। ਉਹਨਾਂ ਨੇ ਜੋ ਕੁਝ ਹੁੰਦਾ ਨਾ, ਜੋ ਸਿਧਾਂਤ ਹੁੰਦੇ ਆ, ਜੋ ਕੁਝ ਕਰਕੇ ਲੋਕਾਂ ਨੂੰ ਡਰਾਵਾ ਮਾਰਿਆ, ਹੈਲਪਲਾਈਨ ਲੱਗੀ ਆ, ਪਰ ਸਾਰੇ ਦੇ ਸਾਰੀ ਉਸੇ ਤਰ੍ਹਾਂ ਰਿਸ਼ਵਤ ਚੱਲ ਰਹੀ ਹੈ, ਕਿਉਂਕਿ ਲੋਕਾਂ ਦੇ ਬਲੱਡ 'ਚ ਆ ਗਈ ਹੈ, ਖੂਨ 'ਚ ਆ, ਇਹ ਸਾਰੀਆਂ ਰਗਾਂ ਦੇ ਖੂਨ 'ਚ ਆ।
ਕਿਉਂਕਿ ਸਾਰੇ ਕਰਨ ਪੁਲਿਸ ਦਾ ਮਹਿਕਮਾ ਦੇਖ ਲਓ, ਰੋਜ਼ ਕੰਮ ਉੱਥੇ ਫੜੇ ਵੀ ਜਾਂਦੇ, ਸਾਰਾ ਕੁਝ ਹੁੰਦਾ। ਜਿਹੜੇ ਹੈਲਥ ਵਾਲਾ, ਹੈਲਥ 'ਚ ਵੇਖ ਲਓ, ਮੰਤਰੀ ਸਾਹਿਬ ਆਪ ਹੀ ਸਕੰਜੇ 'ਚ ਆ ਗਏ, ਹੈ ਕਿ ਨਹੀਂ? ਉਹਦੇ ਵਿੱਚ ਮੰਤਰੀ ਆ ਗਏ, ਹੈਲਥ ਮੰਤਰੀ, ਉਹਦੇ ਬਾਅਦ ਬਾਕੀ ਜਿਹੜੇ ਐਜੂਕੇਸ਼ਨ ਵਾਲਾ ਉਹ ਦੇਖ ਲਓ, ਗੱਡੀਆਂ ਦਾ ਵੇਖ ਲਓ, ਚੈਸੀਆਂ ਕਿੱਧਰੋਂ ਆ ਰਹੀਆਂ, ਐਨੀ ਡਿਪਾਰਟਮੈਂਟ ਤੁਸੀਂ ਦੇਖ ਲਓ, ਉਹਦੇ 'ਚ ਕੀ ਹੈਲਪਲਾਈਨ ਕੀ ਕਰੂਗੀ ਔਰ ਕੀ ਕਰੂਗੀ ਪੁਲਿਸ ਦੂਜੇ ਪਾਸੇ, ਕਿਉਂਕਿ ਪੁਲਿਸ ਤਾਂ ਆਪ ਕਰਪਟ ਹੈ, ਤਾਂ ਕਿਉਂ ਲੋਕਾਂ ਨੂੰ ਫੜ ਕੇ ਲਿਆਊਗੀ? ਇਹ ਹੈ। ਬਿਲਕੁਲ ਠੀਕ ਹੈ, ਚਲੋ ਅੱਗੇ ਵਧਦੇ ਹਾਂ, ਹੋਰ ਕਿੰਨਾ ਕੁ ਆਪਾਂ ਖੁਲਾਸਾ ਕਰਾਂਗੇ, ਅਗਲੀ ਗੱਲ ਤੇ ਚੱਲਦੇ ਹਾਂ। ਗੁਜਰਾਤ ਗੋਦਰਾ ਕਾਂਡ, ਬਿਲਕਿਸ ਬਾਨੋ ਰੇਪ ਕੇਸ ਵਿੱਚ ਦੋਸ਼ੀਆਂ ਨੂੰ ਰਿਹਾ ਕਰਨ ਵਿਰੁੱਧ ਐਸਜੀਪੀਸੀ ਤੇ ਪੰਜਾਬ ਦੇ ਹੋਰ ਇਲਾਕਿਆਂ ਵਿੱਚ ਮੁਜ਼ਾਹਰਾ ਹੋ ਰਿਹਾ ਹੈ ਔਰ ਯੂਐਨਓ ਨੇ ਵੀ ਇਹਦਾ ਜੋ ਯੂਐਨਓ ਨੇ ਕੀਤਾ, ਇਹਦਾ ਖੰਡਨ ਰਾਈਟਸ ਦੇ ਉੱਤੇ ਗੱਲ ਹੁੰਦੀ ਹੈ, ਉਹ ਵੀ ਨਖੇਦੀ ਕੀਤੀ। ਅਮਰੀਕਾ ਦੇ ਵਿੱਚ ਵੀ ਅਮਰੀਕਾ 'ਚ ਹੋਈ ਹੈ, ਅਮਰੀਕਾ ਜਿੱਥੇ ਪੰਜਾਬੀ ਬੈਠੇ ਆ, ਦੂਸਰੇ ਇਹਨਾਂ ਦੇ ਇੱਕ ਜਥੇਬੰਦੀ, ਉਹਨੇ ਵੀ ਇਹਦੀ ਆਲੋਚਨਾ ਕੀਤੀ ਹੈ। ਔਰ ਜਿਹੜੀ ਐਸਜੀਪੀਸੀ ਆ, ਉਹਦੇ ਜਿਹੜੇ ਪ੍ਰਧਾਨ ਨੇ ਨਾ ਧਾਮੀ ਜੀ, ਉਹਨਾਂ ਨੇ ਕਿਹਾ ਕਿ ਦੇਖੋ ਜਿਹੜੇ ਲੋਕ ਬੰਦੀ ਬੈਠੇ, ਉਹਨਾਂ ਦੇ ਲਈ ਗੁਜ਼ਾਰਿਸ਼ ਕੀਤੀ ਸੀ ਰਾਸ਼ਟਰਪਤੀ ਨੂੰ ਔਰ ਇੱਥੋਂ ਦੇ ਰਾਜਪਾਲ ਨਾਲ ਵੀ ਕੀਤੀ ਸੀ। ਉਦੋਂ ਬਾਅਦ ਇਹਨਾਂ ਨੇ ਸਾਰਿਆਂ ਨੂੰ ਬੇਨਤੀ ਕਰਕੇ ਲਿਖਤੀ ਤੌਰ ਤੇ ਕਿਹਾ ਕਿ ਜਿਹੜੇ ਇਸ ਵੇਲੇ ਸਜ਼ਾ ਭੁਗਤ ਰਹੇ ਆ ਪੰਜਾਬ ਦੇ ਲੋਕ, ਉਹਨਾਂ ਨੂੰ ਰਿਹਾ ਕਰ ਦਿਓ। ਤੇ 15 ਅਗਸਤ ਦੀ ਤਰੀਕ ਦੇ ਵਿੱਚ ਸੀਗਾ ਕਿ ਉਹ ਆਜ਼ਾਦੀ ਦਾ ਦਿਵਸ ਹੈ, ਇਹਨਾਂ ਨੂੰ ਜਕੜਿਆ ਜੰਜੀਰਾਂ 'ਚ, ਇਹਨਾਂ ਨੂੰ ਕੱਢ ਕੇ ਬਾਹਰ ਰੱਖੋ, ਇਹਨਾਂ ਦੇ ਬੱਚੇ ਰੋ ਰਹੇ ਆ, ਇਹਨਾਂ ਨੇ ਸਜ਼ਾ ਪੂਰੀ ਹੋ ਗਈ ਆ। ਉਹ ਉਹਨਾਂ ਨੇ ਬਿਲਕੁਲ ਕੋਈ ਗੱਲ ਉਹਨਾਂ ਦੇ ਕੰਨਾਂ ਤੱਕ ਨਹੀਂ ਗਈ, ਉਹ ਉੱਥੇ ਦਾ ਉੱਥੇ ਰਿਹਾ ਪਰਨਾਲਾ। ਹੁਣ ਇਹਨਾਂ ਨੇ ਆ ਦੂਜੇ ਪਾਸੇ ਦੇਖ ਲਓ, ਉਹ 11 ਬੰਦੇ ਜਿਹੜੇ ਆ ਜਿਨ੍ਹਾਂ ਨੇ ਉਸ ਕੁੜੀ ਨੂੰ ਬਿਲਕਿਸ ਜਿਹੜੀ ਬਾਨੋ ਆ, ਉਹਨੂੰ ਦੇ ਕੇ ਉਹਦਾ ਰੇਪ ਕੀਤਾ, ਉਹਦਾ ਬੱਚਾ ਮਾਰਿਆ ਗਿਆ, ਉਹਦੇ ਬਾਕੀ ਫੈਮਿਲੀ ਉਹਨਾਂ ਨੇ ਕੱਟ-ਵੱਟ ਕਰ ਦਿੱਤੀ, ਮਾਰ ਦਿੱਤੇ ਗਏ। ਉਹਨਾਂ ਨੂੰ ਉਮਰ ਕੈਦ ਹੋਈ ਸੀ, ਇਹ 2002 ਦੀ ਗੱਲ, ਉਮਰ ਕੈਦ ਹੋਈ, ਕੇਸ ਚੱਲਦਾ ਰਿਹਾ। ਉਦੋਂ ਬਾਅਦ ਜਦੋਂ ਕਿ ਅੰਦਰ ਰਹੇ, ਜਿੰਨਾ ਕਿ ਉਹਨਾਂ ਸਜ਼ਾ ਭੁਗਤ ਲਈ ਹੈ, ਉਮਰ ਕੈਦ ਦੇ ਵਿੱਚੋਂ ਹੀ ਉਹ ਬੰਦੇ ਰਿਹਾ ਹੋ ਕੇ ਆ ਗਏ। ਇਸ ਕਰਕੇ ਕਿ ਉਹਨਾਂ 'ਤੇ ਕੋਈ ਦੇਖ ਲਓ ਪਾਬੰਦੀ ਨਹੀਂ, ਕੋਈ ਉਹਨਾਂ 'ਤੇ ਗਵਾਹੀ ਨਹੀਂ, ਔਰ ਗਵਾਹੀ ਇਸ ਕਰਕੇ ਨਹੀਂ ਆਈ ਕਿ ਉਹ ਤਕੜੇ ਬੰਦੇ ਹੋਣਗੇ, ਗਰੀਬ ਬੰਦਾ ਕਿੱਥੇ ਗਵਾਹੀ ਦਿੰਦਾ ਜਿਹਨੇ ਵੇਖਿਆ ਹੋਊਗਾ। ਦਿਨ ਦਿਹਾੜੇ ਕਤਲ ਇੰਨੇ ਹੋਏ ਤੇ ਲੋਕਾਂ ਨੇ ਵੇਖਿਆ ਨਹੀਂ ਹੋਊਗਾ, ਗਵਾਹ ਨੇ ਹੈ ਨਹੀਂ ਗੇ ਉੱਥੇ, ਉਹ ਕਿੱਧਰ ਚਲੇ ਗਏ? ਪੈਸਾ ਬੋਲਦਾ, ਜਦੋਂ ਜਿਹੜੇ ਗਵਾਹ ਹੋਣਗੇ ਉਹਨਾਂ ਨੂੰ ਪੈਸਾ ਦੇ ਦਿੱਤਾ ਨਾ, ਤੁਸੀਂ ਪੈਸਾ ਖਰਚੋ ਤਾਂ ਬਹਿ ਜਾਓ ਉੱਥੇ। ਜੁਡੀਸ਼ਰੀ ਇਸ ਤਰ੍ਹਾਂ ਚੁੱਪ ਹੋ ਗਈ ਕਿਉਂਕਿ ਉਹਨਾਂ ਨੇ ਕਹਿਤਾ ਕਿ ਇਸ ਵੇਲੇ ਦਿਨ ਦਿਹਾੜੇ ਜੇ ਕਤਲ ਹੋਇਆ ਨਹੀਂ ਹੋਇਆ, ਪਰ ਜੇ ਉਹ ਜੁਡੀਸ਼ਰੀ ਨੇ ਕਹਿਤਾ ਜੋ ਉਦੋਂ ਪਾਬੰਦੀ ਲੱਗ ਗਈ ਆ, ਹੁਣ ਆ ਕੇ ਕੀ ਗੱਲ ਹੋ ਗਈ ਗੋਦਰਾ ਕਾਂਡ ਦੇ ਵਿੱਚ ਵੀ ਇਹਨਾਂ ਨੂੰ ਕੱਢ ਦਿੱਤਾ? ਉਹਦਾ ਕੋਈ ਨਹੀਂ ਦੱਸਿਆ ਕਿ ਕਿਉਂ ਹੋ ਗਿਆ, ਜਿਹੜੀ ਧਾਰਾ ਲੱਗੀਆਂ ਉਹਨਾਂ ਨੂੰ ਕਿਉਂ, ਕਿਸ ਪਾਸੇ ਉਹਨਾਂ ਨੇ ਰਿਜੈਕਟ ਕਰ ਦਿੱਤਾ। ਸ਼੍ਰੋਮਣੀ ਕਮੇਟੀ ਤੋਂ ਇਲਾਵਾ ਪੰਜਾਬ ਵਿੱਚ ਹੋਰ ਥਾਂ 'ਤੇ ਵੀ ਰੌਲਾ ਪਿਆ ਵਾ, ਦੂਜੀਆਂ ਕੈਂਡਲ ਮਾਰਚ ਵੀ ਕੱਢੇ ਲੋਕਾਂ ਨੇ। ਔਰ ਦੇਖੋ ਜਿਹੜੀ ਉਹ ਕੁੜੀ ਹੈ ਵਿਚਾਰੀ, ਉਹਦੇ 'ਤੇ ਕਿੰਨਾ ਇਹਨਾਂ ਨੇ ਬੇਇੱਜ਼ਤੀ ਕੀਤੀ ਔਰ ਜ਼ਿੰਦਗੀ ਬਰਬਾਦ ਕਰ ਦਿੱਤੀ, ਨਾ ਜੀਣ ਜੋਗੀ ਰਹੀ ਨਾ ਮਰਨ ਜੋਗੀ ਰਹੀ। ਉਹਨਾਂ ਨੇ ਕਿਹਾ ਵੀ ਅਸੀਂ ਪੜ੍ਹਿਆ ਅਚਾਨਕ ਤੇ ਸਾਨੂੰ ਪਤਾ ਲੱਗਾ ਵੀ ਆਹ ਦਰਿਆ ਹੋ ਗਏ ਸਾਰੇ ਬੰਦੇ, ਤਾਂ ਅੱਜ ਕੀ ਕਰਾਂਗੇ, ਕਿੱਥੇ ਜਾਵਾਂਗੇ? ਕਿਉਂਕਿ ਜੁਡੀਸ਼ਰੀ ਔਰ ਜਿੱਥੇ ਜੱਜ ਸਾਹਿਬਾਨ ਬੈਠੇ ਨੇ, ਜਦੋਂ ਉਹਨਾਂ ਦੇ ਹੁਕਮ ਹੋ ਗਏ। ਬਿਲਕੁਲ ਸਹੀ ਗੱਲ ਹੈ। ਔਰ ਜੋ ਅਮਰੀਕਾ ਦੇ ਵਿੱਚ ਇਹ ਜੋ ਵਿਦੇਸ਼ੀ ਪਲੇਟਫਾਰਮਸ ਤੋਂ ਗੱਲਾਂ ਹੋ ਰਹੀਆਂ ਨੇ, ਉਹ ਇਹ ਹੋ ਰਹੀਆਂ ਨੇ ਕਿ ਜੋ ਮਾਈਨੋਰਿਟੀਜ਼ ਨੇ ਇੰਡੀਆ ਦੇ ਅੰਦਰ, ਧਾਰਮਿਕ ਪੱਖੋਂ ਮਾਈਨੋਰਿਟੀਜ਼ ਨੇ, ਉਹਨਾਂ ਦੀ ਸਟੇਟਸ ਦੇ ਉੱਤੇ ਗੱਲ ਹੋ ਰਹੀ ਹੈ ਕਿ ਉਹਨਾਂ ਦਾ ਕੀ ਸਟੇਟਸ ਹੈ ਡੈਮੋਕ੍ਰੇਸੀ ਦੇ ਵਿੱਚ, ਅਕੋਰਡਿੰਗ ਟੂ ਦ ਕਨਸਟੀਟਿਊਸ਼ਨ ਆਫ ਇੰਡੀਆ, ਉਹਨਾਂ ਦਾ ਕੀ ਸਟੇਟਸ ਹੈ ਕਿ ਬਿਲਕਿਸ ਬਾਨੋ ਦੇ ਉੱਤੇ ਰੇਪ ਕੇਸ ਹੁੰਦਾ ਹੈ ਔਰ ਸਾਰੇ ਦੇ ਸਾਰੇ ਮੁਜਰਮ 11 ਦੇ 11 ਵਾਪਸ, ਜਿੱਦਾਂ ਉਹਨਾਂ ਨੇ ਕੀਤਾ ਹੀ ਕੁਛ ਨਹੀਂ, ਕਿ ਜਿੱਦਾਂ ਉਹਨਾਂ ਨੂੰ ਭੁਲੇਖੇ ਨਾਲ ਅੰਦਰ ਕਰ ਲਿਆ ਨਾ, ਉਹੀ ਹੈ। ਤੁਹਾਡੀ ਗੱਲ ਸਹੀ ਹੈ। ਜਿਹੜੀ ਮਿਨੋਰਿਟੀ ਕਮਿਸ਼ਨ ਤਾਂ ਵੈਸੇ ਬਣੇ ਆ, ਪਰ ਜਿਹੜੀ ਮਿਨੋਰਿਟੀ ਦੇ ਨਾਲ ਜਿਹੜੀਆਂ ਕੌਮਾਂ ਨੇ, ਉਹਨਾਂ ਨਾਲ ਜ਼ਿਆਦਤੀ ਤਾਂ ਹੈ ਹੀ ਹੈ, ਜਿਸ 'ਚ ਮੁਸਲਮਾਨ ਵੀ ਆਉਂਦੇ ਆ, ਸਿੱਖ ਵੀ ਆਉਂਦੇ ਆ, ਕ੍ਰਿਸਚਨ ਵੀ ਆਉਂਦੇ, ਉਹਦੇ 'ਚ ਬੋਧੀ ਵੀ ਆ, ਜੈਨੀ, 7 ਤਰ੍ਹਾਂ ਦੀਆਂ, ਪਾਰਸੀ, ਜਿਹਦੇ 'ਚ 7 ਤਰ੍ਹਾਂ ਦੀਆਂ ਜਿਹੜੀਆਂ ਕੌਮਾਂ ਆਉਂਦੀਆਂ, ਔਰ ਉਹਨਾਂ ਨਾਲ ਧੱਕਾਜੋਰੀ ਹੁੰਦੀ ਆ, ਬਾਕਾਇਦਾ ਤੌਰ 'ਤੇ ਹੁੰਦੀ ਹੈ। ਇਸ ਕਰਕੇ ਹੁੰਦੀ ਹੈ ਕਿ ਕਈ ਵਾਰੀ ਜਿਹੜੀਆਂ ਮੈਜੋਰਟੀ 'ਚ ਜਾਂ ਬਹੁਮਤ 'ਚ ਉਹ ਆਪਣਾ ਤਰੀਕੇ ਨਾਲ ਕਰ ਜਾਂਦੀਆਂ। ਆ ਜਦੋਂ ਬਲਡੋਜ਼ਰ ਚੱਲੇ ਆ, ਮੰਦਰ ਮਸਜਿਦ ਬੜਾ ਕੁਝ ਤੋੜਿਆ, ਉਹ ਕਿੰਨਾ ਕੁਝ ਹੋਇਆ, ਉਹ ਬਨਾਰਸ 'ਚ ਹੋਇਆ, ਜਾ ਕੇ ਬਿਹਾਰ 'ਚ, ਯੂਪੀ 'ਚ, ਕਰਨਾਟਕਾ 'ਚ, ਮਦਰਾਸ 'ਚ, ਹੈ ਨਾ, ਮੱਧ ਪ੍ਰਦੇਸ਼ 'ਚ, ਬੜਿਆਂ ਸੂਬਿਆਂ 'ਚ ਹੋਇਆ। ਉਹਨੂੰ ਕਿਹਨੇ ਰੋਕਿਆ? ਕਿਸੇ ਨੇ ਰੋਕਿਆ ਨਹੀਂਗਾ। ਕਈ ਗੱਲਾਂ ਆ ਕੇ ਤੂਫਾਨ ਵਾਂਗੂ ਆਉਂਦੀਆਂ ਤੇ ਵਾਵ ਰੋਲੇ ਵਾਂਗੂ ਨਿਕਲ ਜਾਂਦੀਆਂ, ਫਾਰਗਟ। ਉਹਦੇ ਬਾਅਦ ਤੀਜਾ ਇਸ਼ੂ ਆ ਜਾਂਦਾ ਉਸ ਮੁੱਦੇ 'ਚ, ਲੋਕ ਅਜੇ ਵਿਚਾਰੇ ਕੰਨ ਖੜੇ ਕਰਦੇ, ਕੀ ਹੋ ਗਿਆ? ਉਹ ਤੋੜ ਭੰਨ ਹੋ ਕੇ ਸਾਰਾ ਸਮਾਨ ਤੋੜ ਕੇ ਕਰਾ ਕੇ ਉਹ ਸਾਫ਼ ਸਫਾਇਆ ਕਰਕੇ ਚੁੱਪ। ਉਦੋਂ ਬਾਅਦ ਇਹ ਹਿੰਦੁਸਤਾਨ ਦੀ ਨੀਤੀ ਆ, ਇਹ ਹਿੰਦੁਸਤਾਨ ਦੇ ਵਿੱਚ ਦੀ ਡਿਵੈਲਪਮੈਂਟ ਆ, ਇਹ ਲੋਕਾਂ ਦੀ ਸੋਚ ਆ ਤੇ ਇਹ ਸਰਕਾਰਾਂ ਕਰ ਰਹੀਆਂ। ਸੋ ਇਹ ਕਿਸੇ ਵੀ ਐਂਗਲ ਤੋਂ ਡੈਮੋਕ੍ਰੇਸੀ ਨੂੰ, ਲੋਕਤੰਤਰ ਨੂੰ ਸੂਟ ਨਹੀਂ ਕਰਦਾ, ਜਿਹਨੂੰ ਆਪਾਂ ਕਹਿੰਦੇ ਲੋਕ ਰਾਜ ਹੈ, ਲੋਕਸ਼ਾਹੀ ਹੈ, ਉਹਨੂੰ ਸੂਟ ਨਹੀਂ ਕਰਦਾ ਕਿ ਲੋਕਾਂ ਦੀ ਆਵਾਜ਼ ਤੁਸੀਂ ਬੰਦ ਕਰ ਦਿੰਦੇ ਹੋ। ਇਹ ਗੱਲ ਬਣਦੀ ਨਹੀਂ। ਬਾਕੀ ਤੁਸੀਂ ਸਭ ਕੁਝ ਕਵਰ ਅਪ ਜ਼ਰੂਰ ਕਰ ਲੈਂਦੇ ਹੋ ਆਪਣੇ ਤਰੀਕੇ ਨਾਲ, ਉਹ ਗੱਲ ਵੱਖਰੀ ਹੈ, ਪਰ ਕੋਰਟਸ ਤਾਂ ਹੀ ਫੈਸਲਾ ਦੇਣਗੀਆਂ ਜੇ ਉਹਨਾਂ ਨੂੰ ਕੋਈ ਸਬੂਤ ਮਿਲੇਗਾ, ਉਹਨਾਂ ਨੂੰ ਕੋਈ ਗਵਾਹ ਮਿਲੇਗਾ, ਕਿਉਂਕਿ ਕੋਰਟ ਦੇ ਸਾਰੇ ਫੈਸਲੇ ਜੱਜ ਸਾਹਿਬਾਨ ਸਬੂਤ ਦੇ ਉੱਤੇ ਤੇ ਗਵਾਹ ਦੇ ਉੱਤੇ ਹੀ ਦਿੰਦੇ ਨੇ। ਉਹੀ ਸਾਡਾ ਲਾਅ ਹੈ। ਹੁਣ ਜੇ ਸਬੂਤ ਹੀ ਨਹੀਂ ਹੈ, ਗਵਾਹ ਹੀ ਨਹੀਂ ਹੈ,
ਤੇ ਫਿਰ ਉਹ ਕਿਸ ਆਧਾਰ ਦੇ ਉੱਤੇ ਉਹ ਕੇਸ ਦਾ ਫੈਸਲਾ ਕਰਨ। ਨੈਚੁਰਲੀ ਬੈਨੀਫਿਟ ਆਫ ਡਾਊਟ ਮਿਲ ਜਾਂਦਾ ਉਹਨਾਂ ਨੂੰ, ਸੋ ਆਊਟ ਹੋ ਜਾਂਦੇ ਨੇ। ਬਾਕੀ ਜੋ ਅੰਦਰ ਦੀਆਂ ਗੱਲਾਂ ਨੇ ਉਹ ਤਾਂ ਅੰਦਰ ਦੇ ਜਿਹੜੇ ਖਿਡਾਰੀ ਨੇ ਉਹਨਾਂ ਨੂੰ ਪਤਾ ਨੇ, ਪਰ ਜੋ ਬਾਹਰ ਬੈਠ ਕੇ ਅਸੀਂ ਸਾਰੇ ਲੋਕ ਦੇਖਦੇ ਪਏ ਹਾਂ, ਜੋ ਐਕਸਪਰਟਸ ਦੇਖਦੇ ਪਏ ਨੇ, ਇਸ ਚੀਜ਼ ਨੂੰ ਠੀਕ ਨਹੀਂ ਮੰਨਿਆ ਜਾ ਰਿਹਾ। ਨਹੀਂ, ਇਹ ਤਾਂ ਬੜਾ ਵੱਡਾ ਜਿਹੜੀ ਆ ਨਾ, ਇਹ ਵੱਡੀ ਨੁਕਸਾਨਦੇਹ ਤੇ ਜਾਂ ਜਿਹਨੂੰ ਕਹਿ ਲਓ ਕਿ ਬੜੀ ਵੱਡੀ ਹਿਊਮੈਨਿਟੀ ਦੇ ਨਾਲ ਇੱਕ ਬਹੁਤ ਵੱਡਾ ਜ਼ੋਰਾ ਧੱਕੀ ਹੋਈ ਹੈ, ਜਿਹਦੇ ਨਾਲ ਉਹ ਔਰਤ ਜਿਹਦੇ ਨਾਲ ਇੰਨਾ ਕੁਝ ਕੀਤਾ, ਰੇਪ ਹੋਇਆ ਉਹਦੇ ਨਾਲ, ਉਹਦਾ ਬੱਚਾ ਮਾਰਿਆ ਗਿਆ, ਉਹਦੀ ਫੈਮਿਲੀ ਵੱਢ ਟੁੱਕ ਦਿੱਤੀ ਆ, ਇੰਨਾ ਕੁਝ ਹੋ ਕੇ, ਔਰ ਉਹ ਗੋਧਰਾ ਕਾਂਡ ਦਾ ਕਿੰਨਾ ਨਾਂ ਰੌਲਾ ਪਿਆ ਸੀ। ਲੋਕਾਂ ਨੇ ਉਦੋਂ ਇੰਨਾ ਆਪਣੇ ਮਨ 'ਤੇ ਲਾ ਲਈ ਸੀ, ਬੜਾ ਕੁਝ ਕੀਤਾ। ਫਿਰ ਜਦੋਂ ਇਹ ਕੈਪਚਰ ਹੋ ਗਿਆ, ਲੋਕਾਂ ਨੇ ਸੁੱਖ ਸ਼ਾਂਤੀ 'ਚ ਆ ਗਏ, ਚਲੋ ਇਹਨਾਂ 'ਤੇ ਕੁਛ ਨਾ ਕੁਛ ਸਜ਼ਾ ਤਾਂ ਹੋ ਗਈ ਹੈ ਨਾ, ਉਮਰ ਕੈਦ ਹੋ ਗਈ, ਹੁਣ ਉੱਥੇ ਭੁਗਤਣਗੇ ਆਪਣਾ ਸਾਰਾ ਕੁਝ। ਉਹ ਦੇਖ ਲਓ, ਉਹ ਚਿੱਟੇ ਦਿਨ ਫਿਰ ਵਾਪਸ ਆ ਗਏ ਇਹਨਾਂ ਕੁਝ ਕਰਕੇ। ਇਹਦਾ ਮਤਲਬ ਪਤਾ ਕੀ ਹੈਗਾ, ਇਹਦੇ ਵਿੱਚ ਜੇ ਸਜ਼ਾ ਨਹੀਂ ਸਖਤ, ਜਿਹਦੇ 'ਚ ਲੀਨੀਅੰਟ ਹੈਗਾ, ਜਿਹਦੇ 'ਚ ਲੋਕ ਉਸੇ ਤਰ੍ਹਾਂ ਬਾਹਰ ਆ ਜਾਂਦੇ ਆ, ਬਾਕੀ ਅਪਰਾਧ ਹੋਣ ਤੋਂ ਬਾਅਦ ਫਿਰ ਲੋਕਾਂ ਨੇ ਕਹਿਣਾ ਉਹਨਾਂ ਨੂੰ ਕੀ ਹੋਗਾ, ਯਾਰ ਅਸੀਂ ਵੀ ਉੱਥੇ ਜਾਵਾਂਗੇ, ਅਸੀਂ ਆਨਾਂ ਨਾਲ ਬਦਲਾ ਲਾਵਾਂਗੇ, ਉਹਨਾਂ ਨੂੰ ਅਸੀਂ ਮਾਰਪਿੱਟ ਕਰਾਂਗੇ। ਇਹਦੇ ਨਾਲ ਇਹ ਉਕਸਾਉਣਾ ਦੂਜਿਆਂ ਲਈ ਵੀ ਹੈਗਾ। ਤੁਸੀਂ ਅਰਬ ਕੰਟਰੀ ਚਲ ਜਾਓ, ਮੁਸਲਿਮ ਕੰਟਰੀ ਕਿਤੇ ਚਲ ਜਾਓ, ਉੱਥੇ ਸਜ਼ਾ ਬੜੀ ਸਖਤ ਆ। ਜਿੱਥੇ ਤੁਸੀਂ ਰੇਪ ਕਰੋਗੇ, ਸ਼ਰੇਆਮ ਫਾਂਸੀ ਦਿੰਦੇ ਚੁੱਕ ਕੇ ਤਾਂ ਨੂੰ, ਔਰ ਉੱਥੇ ਤੱਕ ਮਾਰਦੇ ਆ। ਇਸ ਕਰਕੇ ਅਪਰਾਧ ਘੱਟ ਉੱਥੇ। ਆਪਣੇ ਦੇਸ਼ 'ਚ ਡੈਮੋਕ੍ਰੇਸੀ ਦੇ ਬਾਵਜੂਦ ਵੀ ਅਪਰਾਧ ਬੇਹਿਸਾਬ ਨੇ। ਔਰ ਤੁਸੀਂ ਦੇਖੋ, ਇੱਕ ਔਰਤ ਨੂੰ ਬੇਹਿਸਾਬ ਇੱਥੇ, ਯੈਸ, ਔਰਤ ਨੂੰ ਕੀ ਇੱਜ਼ਤ ਦਿੰਦੇ ਪਏ ਹੋ? ਔਰਤ ਦੀ ਇੱਜ਼ਤ ਹਰ ਧਰਮ ਕਹਿੰਦਾ ਪੂਰੀ ਇੱਜ਼ਤ ਕਰੋ। ਔਰਤ ਨੂੰ ਕੀ ਇੱਜ਼ਤ ਦਿੰਦੇ ਪਏ ਹੋ, ਇਹ ਤੁਸੀਂ ਆਪ ਦੇਖ ਲਓ। ਔਰ ਥੋੜੇ ਦਿਨ ਪਹਿਲਾਂ ਸਾਡੇ ਦੇਸ਼ ਦੇ ਵਿੱਚ ਇੱਕ ਬੱਚੇ ਦੀ ਡੈਥ ਹੋ ਗਈ ਸੀ, ਉਹਨੇ ਘੜੇ 'ਚੋਂ ਪਾਣੀ ਪੀ ਲਿਆ, ਉੱਥੇ ਜਾਤ ਨੂੰ ਲੈ ਕੇ ਬੈਠ ਗਏ। ਦਾ ਦੇਖ ਲਓ ਕਿੰਨਾ ਵੱਡਾ ਜਿਹੜਾ ਕੁਕਰਮ ਹੋਇਆ, ਕਿੰਨਾ ਬੱਚੇ ਦਾ, ਇੱਕ ਫੁੱਲ ਵਰਗਾ ਬੱਚਾ। ਇੱਕ ਟੀਚਰ ਨੇ ਬੱਚੇ ਨੂੰ ਕੁੱਟਿਆ, ਬੱਚੇ ਦੇ ਦਿਮਾਗ ਦੀ ਨਸ ਨੂੰ ਕੁਝ ਹੋ ਗਿਆ ਔਰ ਹਸਪੀਟਲਾਈਜ਼ ਹੋਇਆ ਬੱਚਾ, ਬੱਚੇ ਦੀ ਡੈਥ ਹੋ ਗਈ। ਮਤਲਬ ਉਹਨੇ ਤੁਹਾਡੇ ਘੜੇ 'ਚੋਂ ਪਾਣੀ ਪੀ ਲਿਆ। ਹੁਣ ਪਾਣੀ ਤਾਂ ਕਿਸੇ ਦੀ ਜ਼ਾਤ ਨਹੀਂ ਪੁੱਛਦਾ, ਕੁਦਰਤ ਨੇ ਤਾਂ ਕਦੀ ਕਿਸੇ ਨੂੰ ਜ਼ਾਤ ਪੁੱਛ ਕੇ ਹਵਾ ਨਹੀਂ ਚਲਾਈ। ਟੀਚਰ ਨੇ ਕੀ ਪੜਾਉਣਾ, ਕੀ ਐਜੂਕੇਸ਼ਨ ਹੈ, ਜਿਸ ਟੀਚਰ ਦੀ ਇਹ ਸੋਚ ਹੈ, ਕੀ ਮੈਥਡ ਔਰ ਕੀ ਲੋਕਾਂ ਨੂੰ ਪੜ੍ਹਾ ਕੇ ਤੇ ਕਿੰਨੇ ਵੱਡੇ ਅਫਸਰ ਬਣਾ ਦੋ, ਜਿਹਦੀ ਸੋਚ ਹੀ ਇੰਨੀ ਭੈੜੀ ਹੈ। ਔਰ ਇਹਨੇ ਭੈੜੇ ਪੰਨ ਨਾਲ ਉਹਨੇ ਬੱਚੇ ਨੂੰ ਮਾਰਿਆ। ਇਹਨੇ ਜਿਹੜਾ ਜਿੱਦਾਂ ਤਾਂ ਇਹਨਾਂ ਡੰਗਰ ਨੂੰ ਨਹੀਂ ਕੁੱਟਿਆ ਜਾਂਦਾ ਜਿਨ੍ਹਾਂ ਨੂੰ ਮਾਰਿਆ ਬੱਚੇ ਨੂੰ। ਔਰ ਦੂਜੀ ਗੱਲ ਦੇਖ ਲਓ, ਇੱਕ ਹੋਰ ਜਿਹੜੀ ਆ ਬੱਚੇ ਨਾਲ ਜੋ ਕੁਝ ਹੋਇਆ, ਇੱਕ ਤਾਇਆ ਹੈਗਾ ਇੱਥੇ ਲੁਧਿਆਣਾ ਦਾ, ਉਹ ਬੱਚੇ ਨੂੰ ਬਾਹਰ ਖਿਡਾਉਣ ਲੈ ਗਿਆ। 7 ਸਾਲ ਦਾ ਬੱਚਾ, ਮੋਟਰਸਾਈਕਲ 'ਤੇ ਬਿਠਾਇਆ ਉਹਨੂੰ, ਘੁਮਾਇਆ ਉਹਨੂੰ, ਮੱਥਾ ਟਿਕਾਇਆ ਦਰਬਾਰ ਕਿਤੇ ਗੁਰਦੁਆਰਾ ਸਾਹਿਬ 'ਚ, ਤਾਂ ਉਹਦੇ ਨਾਲ ਵੀਡੀਓ ਬਣ ਰਹੀ ਹੈ, ਵੀਡੀਓ ਦਿਖਾਈ ਉੱਥੇ ਚੈਨਲਾਂ ਨੇ, ਘੁਮਾਇਆ ਫਰਾਇਆ ਉਹਨੂੰ। ਬਾਅਦ ਮੁੜ ਕੇ ਗਿੱਲ ਨਹਿਰ ਹੈਗੀ ਉੱਥੇ ਲੈ ਗਿਆ, ਉੱਥੇ ਮਗਰੋਂ ਦੀ ਧੱਕਾ ਦਿੱਤਾ। ਨਹਿਰ ਬਹੁਤ ਡੂੰਘੀ ਸੀ, ਉਹ ਵਿਚਾਰਾ ਬੱਚਾ ਵਿੱਚ ਡੁੱਕੂ ਕਰਦਾ, ਨਹੀਂ ਤਰਨ ਜਾਣਦਾ, ਉਹ ਡੁੱਬ ਗਿਆ। ਮੁੜ ਕੇ ਆਰਾਮ ਨਾਲ ਉੱਥੇ ਮੋਟਰਸਾਈਕਲ ਚਲਾ ਕੇ ਆ ਗਿਆ। ਘਰਦਿਆਂ ਨੂੰ ਦੱਸਿਆ ਜੀ ਉਹ ਤਾਂ ਲੱਭਦਾ ਨਹੀਂ, ਮੈਥੋਂ ਤਾਂ ਪਤਾ ਨਹੀਂ ਕਿੱਧਰ ਭੱਜ ਗਿਆ, ਉਹ ਮੈਨੂੰ ਤਾਂ ਪਤਾ ਨਹੀਂ ਲੱਗਿਆ। ਉਹਨਾਂ ਨੇ FIR ਲੌਂਚ ਕਰਾਤੀ ਥਾਣੇ ਦੀ ਪੁਲਿਸ ਅਲਰਟ ਹੋ ਗਈ। ਉਹਨਾਂ ਨੇ ਵੇਖਿਆ ਕਿੱਥੇ ਗਿਆ, ਪੁਲਿਸ ਨੂੰ ਸ਼ੱਕ ਹੋ ਗਿਆ। SHO ਆਪ ਬੋਲ ਰਿਹਾ ਸੀ ਵੀ ਸਾਨੂੰ ਸ਼ੱਕ ਹੋਇਆ ਵੀ ਬੱਚੇ ਨੂੰ ਲੈ ਕੇ ਗਿਆ ਤਾਇਆ ਹੈ, ਇਹਦੀ ਨਾ ਕੋਈ ਇਦਾਂ ਦੀ ਕਰਤੂਤ ਹੋਵੇ। ਉਹ ਬੱਚੇ ਦੀ ਮੁੜ ਕੇ ਲਾਸ਼ ਲੱਭੀ ਹੈ ਕਿਸੇ ਟਾਹਣੇ ਨਾਲ ਅੜੀ ਨਹਿਰ 'ਚੋਂ, ਉਹ ਕੱਢੀ ਗਈ ਹੈ। ਬੜੀ ਵੱਡੀ ਖਬਰ ਹੈ। ਕੱਢ ਕੇ ਬਾਹਰ ਲਿਆਂਦਾ ਬੱਚੇ ਨੂੰ, ਪਾਣੀ ਨਾਲ ਭਰਿਆ ਸੀਗਾ, ਮਰ ਗਿਆ ਬੱਚਾ। ਹੁਣ ਉਹਦਾ ਸਾਰਾ ਪਰਿਵਾਰ ਰੋ ਰਿਹਾ, ਇੰਨਾ ਬੁਰਾ ਹਾਲ ਉਹਨਾਂ ਦਾ। ਔਰ ਉਹ ਤਾਏ ਨੂੰ ਫੜ ਲਿਆ, ਤਾਇਆ ਵੀ ਹੈ ਨਾਲ, ਉਹਦਾ ਮਾਸੜ ਵੀ ਹੈ। ਔਰ ਦੇਖ ਲਓ ਕੀ ਉਹਦੇ 'ਚ ਅੰਦਰੋਂ ਕੀ ਉਹਦੀ ਸੋਚ ਗੰਦੀ ਜਾਗੀ। ਔਰ ਇੱਕ ਖਿੜਦਾ ਫੁੱਲ ਉਹਨੇ ਬਿਲਕੁਲ ਮਿੱਟੀ 'ਚ ਮਿਲਾ ਦਿੱਤਾ। ਇੱਦਾਂ ਦੇ ਲੋਕ ਹੈਗੇ ਆਪਣੇ ਪੰਜਾਬ 'ਚ। ਫਿਰ ਅਸੀਂ ਬੜੇ ਇਮਾਨਦਾਰ ਆ, ਬੜੇ ਸੂਝਵਾਨ ਆ, ਬੜਾ ਕੁਛ ਹੈਗਾ ਇੱਥੇ। ਪਰ ਕੁਝ ਚੰਗੇ ਲੋਕਾਂ ਦੀ ਵੀ ਗੱਲ ਹੈਗੀ ਆ ਜਿਨ੍ਹਾਂ ਦੇ ਕਰਕੇ ਸਾਰਾ ਕੁਝ ਵਧੀਆ ਹੋ ਰਿਹਾ। ਮਾੜੇ ਲੋਕਾਂ ਦੀ ਵੀ ਤਾਦਾਦ ਬਹੁਤ ਹੈ। ਜੀ ਬਿਲਕੁਲ ਠੀਕ ਹੈ। ਹਰ ਤਰ੍ਹਾਂ ਦੇ ਲੋਕ ਮੌਜੂਦ ਨੇ ਜੀ, ਤੇ ਪਰਮਾਤਮਾ ਸਾਰਿਆਂ ਨੂੰ ਸਮੱਤ ਬਖਸ਼ੇ, ਅਸੀਂ ਇਹੀ ਕਹਿ ਸਕਦੇ ਹਾਂ। ਜੰਤਰ ਮੰਤਰ ਨਵੀਂ ਦਿੱਲੀ ਕਿਸਾਨ ਮਹਾਪੰਚਾਇਤ ਤੇ ਕਿਸਾਨ ਜਥੇਬੰਦੀਆਂ ਦੇ ਆਗੂ ਸ਼ਾਮਿਲ ਹੋ ਰਹੇ ਨੇ। ਜੋ ਵੀ ਅਸੀਂ ਧਰਨੇ ਦਿੰਦੇ ਹੁੰਦੇ ਨੇ ਦਿੱਲੀ ਦੇ ਵਿੱਚ, ਜੰਤਰ ਮੰਤਰ ਖਾਸ ਮਸ਼ਹੂਰ ਜਗ੍ਹਾ ਹੈ ਜਿੱਥੇ ਅਸੀਂ ਬਹਿੰਦੇ ਹਾਂ, ਜੰਤਰ ਮੰਤਰ ਕਰਦੇ ਹਾਂ ਉੱਥੇ ਬੈਠ ਕੇ, ਔਰ ਕਿਸੇ ਵੀ ਮੁੱਦੇ ਦੇ ਉੱਤੇ ਅਸੀਂ ਵਧੀਆ ਮੁਜ਼ਾਹਰਾ ਤੇ ਬਹੁਤ ਸੋਲਿਡ, ਕਿਉਂਕਿ ਉਹ ਪਹਿਲੀ ਜੋ ਜਿੱਥੋਂ ਆਮ ਆਦਮੀ ਪਾਰਟੀ ਦਾ ਜਨਮ ਹੁੰਦਾ ਉਹ ਜੰਤਰ ਮੰਤਰ ਤੋਂ ਸ਼ੁਰੂ ਹੋਈ ਸੀ। ਸਾਰੇ ਮੁਜ਼ਾਹਰੇ ਉੱਥੋਂ ਕੇਜਰੀਵਾਲ ਉੱਥੇ ਬਹਿੰਦੇ ਹੁੰਦੇ ਸੀ ਤੇ ਨਾਲ ਬੜੀ ਖੁੱਲੀ ਜਗ੍ਹਾ ਉਹ, ਹਾਂਜੀ, ਬਹਿਣ ਲਈ ਬੜੀ ਜਗ੍ਹਾ ਵਾ। ਉਹ ਅਸਲ 'ਚ ਬਣੀ ਮੁਗਲਾਂ ਦੇ ਟਾਈਮ, ਅੰਨਾ ਹਜ਼ਾਰੇ ਮੁਗਲਾਂ ਦੇ ਟਾਈਮ ਤੇ ਇਹ ਜਗ੍ਹਾ ਬਣੀ ਹੈ। ਉੱਥੇ ਅਸਲ 'ਚ ਨਾ ਟਾਈਮ ਦੇਖਿਆ ਜਾਂਦਾ, ਟਾਈਮ ਦੇ ਨਿਸ਼ਾਨ ਲੱਗੇ। ਜਦੋਂ ਘੜੀਆਂ ਨਹੀਂ ਸੀ ਨਾ, ਉਦੋਂ ਉੱਥੋਂ ਟਾਈਮ ਲਿਆ ਜਾਂਦਾ ਸੀ, ਬੱਦਲ ਵੇਖਣ ਲਈ, ਮੀਂਹ ਦਾ ਸਾਰਾ ਕੁਝ ਵੇਖਣ ਲਈ। ਉਹ ਜਿਹੜੇ ਮਟੀਰੀਓਲੋਜਿਸਟ ਆ ਨਾ ਉਸ ਸਮੇਂ ਦੇ, ਉੱਥੇ ਬਹਿੰਦੇ ਸੀ। ਔਰ ਉਹ ਖਾਲੀ ਜਗ੍ਹਾ, ਜਿੰਨੇ ਵਾਧੂ ਲੋਕ ਜਾਂ ਜਿਹੜੇ ਆ ਕੇ ਵਿਹਲੇ ਹੁੰਦੇ ਉੱਥੇ ਆ ਕੇ ਬਹਿ ਜਾਂਦੇ ਆ। ਦੂਜੀ ਰਹੀ ਪਾਰਟੀਆਂ ਦੀ ਗੱਲ, ਇਹ ਹੁਣ ਇਸ ਵੇਲੇ ਕਿਸਾਨਾਂ ਨੇ ਧਰਨਾ ਦਿੱਤਾ, ਉਹਦੇ ਵਿੱਚ ਜਿਹੜੀਆਂ ਇਹਨਾਂ ਦੀਆਂ ਪੈਂਡਿੰਗ ਹੈਗੀਆਂ ਨੇ ਮੰਗਾਂ, ਉਹ ਉਹਨਾਂ ਨੂੰ ਕੀਤਾ ਹੈਗਾ। ਪਰ ਹੁਣ ਬਹੁਤ ਲੋਕ ਇਸ ਗੱਲ 'ਤੇ ਵੀ ਆ ਵੀ ਜਣੇ ਚੜ੍ਹਦੇ ਦਿਨ
ਜਦੋਂ ਇਹ ਦਿਨ ਚੜ੍ਹਦਾ ਸੂਰਜ ਦੀ ਟਿੱਕੀ ਬਾਹਰ ਆਉਂਦੀ ਹੈ ਤੇ ਕਿਸਾਨ ਬਾਹਰ ਆ ਜਾਂਦੇ ਆ ਉਸੇ ਵੇਲੇ। ਹੁਣ ਇਹਨਾਂ ਦਾ ਧਰਨਾ ਦੁਬਾਰਾ ਇਸੇ ਤਰ੍ਹਾਂ ਦਾ MSP ਦੇ ਵਿੱਚ ਵੀ ਹੈਗਾ ਔਰ ਉਹ ਜਿਹੜੀ ਹੈ ਕੁਝ ਪੁਰਾਣੀਆਂ ਮੰਗਾਂ ਉਹਦੇ 'ਚ ਵੀ ਹੈਗਾ, ਫਸਲਾਂ ਦੇ ਜਿਹੜੇ ਉਹ ਜਿਹੜੇ ਪੈਂਡਿੰਗ ਕਰਜ਼ੇ ਜਿਹੜੇ ਉਹ ਦੇਣ ਲਈ ਉਹ ਬੈਠੇ ਆ ਉੱਥੇ। ਔਰ ਹੁਣ ਉਹਦੇ 'ਚ ਪਹਿਲਾਂ ਤੇ ਜਿਹੜਾ ਖੀਰੀ ਗਏ ਸੀਗੇ ਉੱਥੋਂ ਇਹਨਾਂ ਨੇ ਵਾਪਸ ਆ ਗਏ, ਉਹ ਤਾਂ ਧਰਨਾ ਵਾਪਸ ਕਰ ਲਿਆ ਉਹਨਾਂ ਨੇ। ਵਾਪਸ ਇਹਨਾਂ ਨੂੰ ਆਉਣ ਲੱਗੇ ਦਿੱਲੀ ਤੋਂ ਨਹੀਂ ਲੰਘਣ ਦਿੱਤਾ। ਹੁਣ ਇਹ ਮੁੜਦੇ ਪੈਰੀ ਫਿਰ ਜੰਤਰ ਮੰਤਰ 'ਚ ਬਹਿ ਗਿਆ ਹੁਣ ਉੱਥੇ ਜਾ ਕੇ। ਹੁਣ ਇਹਦੇ 'ਚ ਹੈਗਾ ਕਿ ਸਰਕਾਰ ਲਾਰੇ ਲੱਪੇ 'ਚ ਰੱਖ ਲੈਂਦੀ ਇਹਨਾਂ ਨੂੰ, ਉੱਥੋਂ ਆ ਕੇ ਉੱਠੋ ਜੀ ਕੋਈ ਗੱਲ ਨਹੀਂ ਹੋ ਜੂ ਜੀ ਹੋ ਜੂ, ਮੁੜ ਕੇ ਕਾਗਜ਼ਾਂ 'ਚ ਕੁਝ ਨਹੀਂ ਹੁੰਦਾ ਇਹਨਾਂ ਦੇ ਸਾਹਮਣੇ ਜਿਹੜਾ ਵੀ ਆਉਂਦਾ। ਪਰ ਇੱਕ ਜੇ ਤਰੀ ਇਹਨਾਂ ਦੇ ਜਿਹੜੇ ਇਹਨਾਂ ਨੇ ਉਹ ਪਹਿਲੇ ਜਿਹੜੇ ਕਿਸਾਨ ਅੰਦੋਲਨ ਉਹਨਾਂ ਨੇ ਪੂਰਾ ਕਰ ਲਿਆ। ਉਹਨਾਂ ਨੇ ਜਿਹੜਾ ਕਾਲਾ ਕਾਨੂੰਨ ਸੀਗਾ ਉਹ ਫਿਰ ਦੁਬਾਰਾ ਬੱਸੇ 'ਚ ਪਵਾਤਾ, ਉਹਨਾਂ ਨੂੰ ਗੰਢਾਂ ਦੇ ਦਿੱਤੀਆਂ ਔਰ ਉਹਨੂੰ ਪਾਣੀ 'ਚ ਬਹਾਤਾ। ਉਹ ਤਾਂ ਨਹੀਂ ਹੋਣਾ ਹੈਗਾ। ਪਰ ਹੁਣ ਨਵੀਆਂ ਮੰਗਾਂ ਵੀ ਆ, ਨਿੱਕੀਆਂ ਮੋਟੀਆਂ ਸਾਰੀਆਂ ਕੁਝ, ਔਰ ਨਿੱਕੇ ਨਿੱਕੇ ਧਰਨੇ ਜਿਹੜੇ ਆ ਇਹ ਵੀ ਇਹਨਾਂ ਨੂੰ ਨੁਕਸਾਨ ਦਿੰਦੇ। ਨੁਕਸਾਨ ਇਸ ਕਰਕੇ ਦਿੰਦੇ ਕੰਮੋਂ ਘਟ ਜਾਂਦੇ ਆ, ਕੰਮ ਨਹੀਂ ਹੋ ਰਿਹਾ। ਇੱਕ ਦਿਨ ਵੀ ਬੰਦਾ ਬਾਹਰ ਚਲ ਜਾਏ ਤਾਂ ਤੁਸੀਂ ਬਹੁਤ ਪਿੱਛੇ ਚਲੇ ਜਾਂਦੇ ਨੇ। ਔਰ ਇਹ 4-4 ਦਿਨ 5-5 ਦਿਨ ਉੱਥੇ ਬੈਠੇ ਆ, ਕਿਉਂਕਿ ਕੰਮ ਤਾਂ ਖੇਤੀ ਦਾ ਇਹਨਾਂ ਦਾ ਰੋਜ਼ ਦਿਹਾੜੀ ਦਾ ਕੰਮ ਆ। ਪੱਠੇ ਵੀ ਡੰਗਰਾਂ ਨੂੰ ਪਾਉਣੇ ਆ, ਜਦੋਂ ਕਿ ਪੰਜਾਬ 'ਚ ਬਿਮਾਰੀ ਪੈ ਚੁੱਕੀ ਆ, ਲੰਪੀ ਸਕਿਨ ਬਿਮਾਰੀ ਆ ਗਈ ਆ। ਉਹਦੇ ਨਾਲ ਦੁੱਧ ਜਿਹੜਾ ਦੇਣ ਵਾਲੇ ਪਸ਼ੂ ਆ ਉਹਨਾਂ ਨੂੰ ਸਕਿਨ ਡਿਜ਼ੀਜ਼ ਹੋ ਗਈ, ਸਕਿਨ ਡਿਜ਼ੀਜ਼ ਹੋ ਗਈ ਗਾਵਾਂ 'ਚ ਹੈਗੀ ਆ। ਔਰ ਗਾਵਾਂ ਦਾ ਦੁੱਧ ਜਿਹੜਾ ਇਸ ਵੇਲੇ ਖਤਮ ਹੋ ਗਿਆ, ਹੁਣ ਨਹੀਂ ਲੈ ਨਹੀਂ ਰਹੇ ਲੋਕ, ਪੀ ਨਹੀਂ ਰਹੇ, ਕਿਉਂਕਿ ਉਹਨਾਂ ਨੂੰ ਪਤਾ ਹੈ ਛੂਤ ਦੀ ਬਿਮਾਰੀ ਹੈ। ਔਰ ਹੁਣ ਕਿਸਾਨਾਂ ਨੂੰ ਚਾਹੀਦਾ ਇੱਥੇ ਆ ਕੇ ਕਿ ਗੜਵਾਸੂ ਯੂਨੀਵਰਸਿਟੀ ਆ ਪਸ਼ੂਆਂ ਦੇ ਨਾਲ, ਇਹ ਵੈਟਰਨਰੀ ਸਾਇੰਸ ਦੀ ਯੂਨੀਵਰਸਿਟੀ ਆ, ਕਿ ਜਿਹੜੀ ਗਾਵਾਂ ਉਹਨਾਂ ਨੂੰ ਆਪਾਂ ਪੂਜਦੇ ਹਾਂ, ਗਊ ਮਾਤਾ ਆਉਂਦੇ ਹਾਂ, ਉਹਨਾਂ ਨੂੰ ਬਿਮਾਰੀ ਤੋਂ ਬਾਹਰ ਕੱਢਣਾ ਚਾਹੀਦਾ। ਔਰ ਇਹ ਅੱਛੀ ਗੱਲ ਆ, ਬਿਲਕੁਲ ਜੀ ਅੱਛੀ ਗੱਲ ਹੈ। ਤੇ ਹੁਣ ਕਿਸਾਨਾਂ ਨੂੰ ਫਿਰ ਤੋਂ ਅੰਦੋਲਨ ਵੱਲ ਵਧਣਾ ਪੈ ਰਿਹਾ। ਹੁਣ ਅਸੀਂ ਇਹੀ ਚਾਹਾਂਗੇ ਕਿ ਇੰਨਾ ਲੰਬਾ ਨਾ ਹੋ ਜਾਏ, ਫਿਰ ਤੋਂ ਸਾਲ ਤੋਂ ਉੱਤੇ ਬੈਠੇ ਰਹੇ। ਗੱਲ ਠੀਕ ਹੈ, ਇਹ ਵੀ ਹਾਸੇ ਵਾਲੀ ਗੱਲ ਹੁੰਦੀ ਹੈ ਕਿ ਕਿਸਾਨ ਦੇਖੋ ਕਦੋਂ ਤਿਆਰ ਹੀ ਰਹਿੰਦੇ ਜਿੰਨੇ ਵੀ ਹੈਗਾ। ਇਹ ਨੈਸ਼ਨਲ ਲੈਵਲ 'ਤੇ ਤਿਆਰ ਹੁੰਦੇ ਪੂਰੇ, ਇੱਕ ਪਾਸੇ ਉਹਨਾਂ ਦਾ ਨਾਰਾ ਲੱਗਦਾ ਤੇ ਦੂਜੇ ਪਾਸੇ ਇਕੱਠੇ ਹੋ ਜਾਂਦੇ ਆ। ਇਹਦਾ ਮਤਲਬ ਇਹਦਾ ਇੱਕ ਹੈਗਾ ਐਜ ਏ ਮੀਡੀਆ ਮੈਨ ਆਪਾਂ ਗੱਲ ਕਹਿੰਦੇ ਹਾਂ। ਜੇ ਹੁਣ ਜਿਹੜੇ ਉੱਥੇ 15-20 ਹਜ਼ਾਰ ਲੋਕ ਇਕੱਠਾ ਹੁੰਦਾ, ਕਿਉਂ ਨਹੀਂ 10 ਬੰਦੇ ਜਾਂ 15 ਬੰਦੇ ਨੋਮੀਨੇਟਡ ਲੋਕ ਜਿਹੜੇ ਹੈਗੇ ਆ ਉਹ ਲਾ ਕੇ ਟਾਈਮ ਲੈ ਕੇ, ਜੇ ਭਗਵੰਤ ਮਾਨ ਨੂੰ ਮਿਲਣਾ ਤਾਂ ਇਕੱਠੇ ਜਾਣ, ਜੇ ਉੱਧਰ ਜਾਣਾ ਤੇ ਲਾਮ ਲਸ਼ਕਰ ਨਾ ਜਾਣ, ਟਰੈਕਟਰਾਂ ਦੇ ਟਰੈਕਟਰ ਜਾਂਦੇ ਆ। ਤੇਲ ਤਾਂ ਪਹਿਲਾਂ ਹੀ ਨਹੀਂ ਪੰਜਾਬ 'ਚ ਜਾਂ ਪੂਰੇ ਹਿੰਦੁਸਤਾਨ 'ਚ, ਤੇ ਤੇਲ ਦੀ ਘਾਟ ਹੈਗੀ, ਸਟ੍ਰੈਟਜੀ ਅਪਣਾਉਣ ਹੈ ਨਾ। ਫਿਰ ਗਰਮੀ 'ਚ ਬਿਮਾਰ ਹੁੰਦੇ ਆ, ਕਿੰਨੇ ਕਿਸਾਨ ਮਰ ਗਏ, 700-800 ਦੇ ਕਰੀਬ ਕਿਸਾਨ ਮਰ ਚੁੱਕੇ ਆ। ਬਿਲਕੁਲ ਬਲਕਾਰ ਜੀ, ਤੁਸੀਂ ਕਦੀ ਗੱਲ ਸੋਚੀ ਹੈ, ਤੁਸੀਂ ਸੀਨੀਅਰ ਹੋ ਮੇਰੇ, ਇੱਕ ਗੱਲ ਸੋਚੀ ਕਦੀ, ਮਤਲਬ ਜਿਹੜੇ ਮਸਲੇ ਦਾ ਹੱਲ ਮੌਜੂਦ ਹੈ ਸਾਹਮਣੇ ਦਿਖਦਾ ਪਿਆ, ਉਹ ਹੱਲ ਨਹੀਂ ਕਰਨਾ, ਉਹ ਰੇੜਕਾ ਪਾ ਕੇ ਰੱਖਣਾ ਹੈ। ਮਤਲਬ ਇਹ ਕੀ ਸੋਚ ਹੈ? ਇਹ ਰੇੜਕਾ ਕਿਉਂ ਪਾਉਣਾ ਹੈ? ਇਹ ਨਾ ਤਾਂ ਉਸ ਪੋਲੀਟੀਕਲ ਪਾਰਟੀ ਵਾਸਤੇ ਠੀਕ ਹੈ, ਅੱਗੇ ਉਹਦੇ ਜਿੱਤਣ ਦੇ ਜਿਹੜੇ ਅਸਾਰ ਨੇ ਘਟਦੇ ਨੇ, ਕਿਉਂਕਿ ਲੋਕਾਂ ਨੂੰ ਸਮਝ ਆ ਜਾਂਦੀ ਤੁਸੀਂ ਜਿਹੜੀ ਗੇਮ ਖੇਡਦੇ ਪਏ ਹੋ। ਨਾ ਇਹ ਦੇਸ਼ ਦੀ ਸਿਹਤ ਵਾਸਤੇ ਠੀਕ ਹੈ ਤੇ ਨਾ ਇਹ ਲੋਕਾਂ ਦੀ ਸਿਹਤ ਵਾਸਤੇ ਠੀਕ ਹੈ। ਕਿਉਂ? ਕਿਉਂਕਿ ਲੋਕ ਉੱਥੇ ਬੈਠਣਗੇ, ਲੋਕਾਂ ਦੀ ਸਿਹਤ ਖਰਾਬ ਹੋ ਸਕਦੀ ਹੈ। ਸਹੀ ਗੱਲ, ਠੀਕ ਹੈ ਨਾ, ਉਹ ਬਿਮਾਰ ਹੋ ਸਕਦੇ ਨੇ। ਪਹਿਲਾਂ ਵੀ ਅਸੀਂ ਦੇਖਿਆ ਡੈਥਸ ਹੋਈਆਂ ਨੇ, ਬੜੇ ਮਰੇ ਲੋਕ। ਸੋ ਜਿਹੜੇ ਮਸਲੇ ਸਾਹਮਣੇ ਪਏ ਨੇ, ਚੰਗੀ ਤਰ੍ਹਾਂ ਸਾਨੂੰ ਸਮਝ ਆ ਰਹੇ ਨੇ, ਸੋਲਵ ਹੋ ਰਹੇ ਨੇ, ਉਹਨੂੰ ਸੋਲਵ ਕਿਉਂ ਨਹੀਂ ਕਰਦੇ? ਉਹਦਾ ਹੱਲ ਕਿਉਂ ਨਹੀਂ ਕਰਦੇ? ਉਹ ਰੇੜਕਾ ਕਿਉਂ ਪਾ ਕੇ ਰੱਖਦੇ ਨੇ? ਕਿਉਂ ਉਸ ਮੁੱਦੇ ਦੇ ਆਲੇ ਦੁਆਲੇ ਸਿਆਸਤ ਬੁਣਦੇ ਨੇ? ਮੁੱਦਾ ਨਹੀਂ ਖਤਮ ਹੋਣ ਦੇਣਾ, ਕਿਉਂਕਿ ਮੁੱਦੇ ਦੇ ਆਲੇ ਦੁਆਲੇ ਸਿਆਸਤ ਬੁਣੀ ਹੋਈ ਹੈ। ਉਹ ਸਿਆਸਤ ਦੇ ਉੱਤੇ ਸਾਡੀ ਦੁਕਾਨ ਚੱਲਦੀ ਆ, ਤਾਂ ਇਹ ਦੁਕਾਨ ਚਲਾਉਣ ਦੇ ਚੱਕਰ ਦੇ ਵਿੱਚ ਸਾਰਿਆਂ ਦਾ ਬੁਰਾ ਹਾਲ ਕਰਕੇ ਰੱਖਿਆ ਹੋਇਆ। ਇਹ ਕੀ ਸੋਚ ਹੈ? ਇਹ ਇੱਕ ਸੋਚ ਹੈਗਾ ਕਿ ਤੁਸੀਂ ਦੇਖੋ ਕੰਪੈਰੀਟਿਵਲੀ ਪਿਛਲੀ ਸਰਕਾਰਾਂ, ਜਦੋਂ ਮਨਮੋਹਨ ਸਿੰਘ ਦੀ ਸਰਕਾਰ ਸੀ, 2 ਟਰਮ ਰਹੇ ਉਹਨਾਂ ਨੇ, ਤੁਸੀਂ ਹੁਣ ਦੇਖ ਲਓ ਉਦੋਂ ਕਿੰਨੀਆਂ ਕਿ ਐਜੀਟੇਸ਼ਨ ਹੋਈਆਂ, ਕਿੰਨਾ ਕੁ ਲੋਕ ਦਿੱਲੀ ਜਾ ਕੇ ਬਹਿ ਗਏ ਜਾਂ ਖੀਰੀ ਵਾਲੇ ਪਾਸੇ ਚਲੇ ਗਏ। ਹੁਣ ਜਿੱਥੇ ਮਰਜ਼ੀ ਗੱਡੀ ਚਲਾ ਕੇ ਮਸਲ ਦਿੰਦੇ ਲੋਕਾਂ ਨੂੰ, ਜਦੋਂ ਮਰਜ਼ੀ MSP ਡਰਾ ਕਰ ਲੈਂਦੇ ਆ, ਹੈ ਨਾ। ਜਿਹੜੀ ਫਸਲਾਂ ਦਾ ਜਿਹੜਾ ਸਮਰਥਨ ਮੁੱਲ ਹੁੰਦਾ ਹੀ ਨਹੀਂ। ਪਰ ਇਹ ਦੇਖੋ, ਤੁਸੀਂ ਪੜ੍ਹੇ ਲਿਖੇ ਜੇ, ਤੁਸੀਂ ਵੀ ਮੀਡੀਆ 'ਤੇ ਬੋਲਦੇ ਜੇ, ਤੁਸੀਂ ਇਹ ਦੇਖੋ ਕਿ ਉਦੋਂ ਤੇ ਹੁਣ ਇਹ ਕਿਉਂ ਹੋ ਰਿਹਾ। ਇਸ ਸਰਕਾਰ 'ਚ ਰੋਜ਼ ਦਿਹਾੜੀ ਧਰਨੇ ਕਿਉਂ ਦਿੱਤੇ ਜਾ ਰਹੇ ਆ? ਖੇਤ ਮਜ਼ਦੂਰ ਵੀ ਆ, ਮਜ਼ਦੂਰ ਵੀ ਆਪਣੇ ਖੇਤੀ ਕਰਨ ਵਾਲੇ ਵਾਹੀਕਾਰ ਵੀ ਹੈਗੇ ਆ, ਜਾ ਕੇ ਕਰਮਚਾਰੀ ਵੀ ਹੈਗੇ ਆ, ਹਰ ਤਬਕੇ ਦੇ ਲੋਕ ਧਰਨਿਆਂ 'ਤੇ ਆ ਕੇ ਬਹਿ ਜਾਂਦੇ ਆ। ਪਹਿਲਾਂ ਤਾਂ ਸਾਡੇ ਲੋਕਾਂ ਨੇ ਧਰਨਾ 'ਤੇ ਇਹੀ ਸੋਚਿਆ ਹੁੰਦਾ ਸੀ ਕਿ ਜਦੋਂ ਮੁਰਗੀ ਆਂਡੇ ਦਿੰਦੀ ਆ ਤੇ 21 ਦਿਨ ਧਰਨੇ 'ਤੇ ਬਹਿ ਕੇ ਤੇ ਆਪਣੇ ਬੱਚੇ ਪੈਦਾ ਕਰਦੀ ਤੇ ਚਲੇ ਜਾਂਦੇ ਆ। ਹੁਣ ਤਾਂ ਧਰਨੇ ਰੋਜ਼ ਹੀ ਧਰਨੇ। ਇਹ ਵੀ ਕੀ ਕਰਨ? ਕਿਸਾਨ ਵੀ ਇੱਕ ਪਾਸੋਂ ਸੱਚੇ ਆ, ਹੈ ਨਾ, EMPLOYE ਵੀ ਸੱਚੇ ਆ, ਜਿਹਦੇ ਨਾਲ ਬਾਕੀ ਜਿਹੜੀਆਂ ਤਬਕੇ ਆ ਉਹ ਵੀ, ਖੇਤ ਮਜ਼ਦੂਰ ਵੀ ਆ। ਮੰਗਾਂ ਤੇ ਮੰਗਾਂ ਹੀ ਹੁੰਦੀਆਂ ਜਿੱਦਾਂ ਤੁਸੀਂ ਕਿਹਾ, ਪਰ ਮੰਗਾਂ ਨੂੰ ਪੂਰੀਆਂ ਕਰਨ 'ਚ ਇਹ ਢਿੱਲ ਕਿਉਂ ਵਰਤਦੇ ਆ? ਠੰਡੇ ਬੱਸੇ 'ਚ ਕਿਉਂ ਪਾ ਦਿੰਦੇ ਆ? ਫਿਰ ਲੋਕਾਂ ਨੇ ਤਾਂ ਰੌਲਾ ਪਾਉਣਾ ਹੀ ਆ, ਹੈ ਨਾ, ਰੌਲਾ ਪਾਉਣਗੇ। ਮਤਲਬ ਗਿੱਲਾ ਪੀਣ ਪਾ ਕੇ ਰੱਖੋ, ਗਿੱਲਾ ਪੀਣ, ਬਸ ਉਹ ਆ ਵੀ ਉਹ ਠੰਡੇ ਘਰਾਟੀ ਆਟਾ ਪਾ ਦਿਓ
ਤੇ ਮੁੜ ਕੇ ਨਾ ਕੋਈ ਪੀਸਿਆ ਜਾਵੇ ਨਾ ਹੋਵੇ ਤਾਂ ਅਗਲੇ ਪਾਸੇ ਬੋਰੀ 'ਚ ਆਵੇ ਕੁਛ ਨਾ ਤੇ ਠਕ 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 ਚੱਲ ਰਹੀ ਹੈ ਮਸ਼ੀਨ, ਚੱਲ ਰਹੀ ਹੈ ਨਾ, ਕੋਲੂ ਚੱਲ ਰਿਹਾ, ਤੇਲ ਨਿਕਲਦਾ ਸਭ ਨੂੰ ਸਮਝ ਆਉਂਦਾ ਵੀ ਇਹ ਕੀ ਹੋ ਰਿਹਾ, ਬਸ ਇਹ ਕਿਹੜੀ ਸਿਆਸਤ ਖੇਡੀ ਜਾ ਰਹੀ, ਸਭ ਨੂੰ ਸਮਝ ਆ ਰਿਹਾ। ਪਰ ਸਰਕਾਰ ਕੋਈ ਕੁਝ ਨਹੀਂ ਸਕਦਾ, ਸਭ ਚੁੱਪ ਕਰਕੇ ਬੈਠੇ ਨੇ। ਠੀਕ ਹੈ ਬਈ, ਖੇਡ ਹੁੰਦੀ ਪਈ, ਖੇਡ ਦੇਖੋ। ਪਰ ਸਰਕਾਰ ਵੀ ਤਾਂ ਲੋਕ ਆਪ ਹੀ ਬਣਾਉਂਦੇ ਆ ਨਾ, ਹੁਣ ਤਾਂ ਰੋਂਦੇ ਆ ਨਾ, ਹੁਣ ਰੋ ਰਹੇ ਆ, ਪਰ ਬਣਾ ਤਾਂ ਲਈ ਉਹਨਾਂ ਨੇ ਸਰਕਾਰ, ਪਰ ਅੱਗੇ ਸੋਚ ਲੈਣ ਵੀ ਅੱਗੇ ਕੀ ਕਰਨਾ। ਅਗਲੀਆਂ ਸਰਕਾਰਾਂ ਜਿਹੜੀਆਂ ਆਈਆਂ ਫਿਰ ਇੱਦਾਂ ਦੀਆਂ ਹੋਣਗੀਆਂ, ਇਹ ਜੋ ਮਰਜ਼ੀ ਕਰਨ, ਤਾਣਾ ਤਾਂ ਇਦਾਂ ਹੀ ਆ, ਵਿਗੜਿਆ ਰਹਿਣਾ ਸਾਰਾ ਕੁਝ। ਸੋ ਪੰਜਾਬ ਵਿਜੀਲੈਂਸ ਨੇ PR ਰਹਿਣ ਵਾਲੇ ਅਫਸਰਾਂ ਤੇ ਕੱਸਿਆ ਸ਼ਿਕੰਜਾ। ਦੋ ਜਗ੍ਹਾ ਕਮਾਈਆਂ ਕਰਦੇ ਨੇ, ਦੋ ਜਗ੍ਹਾ ਗੇਮ ਖੇਡਦੇ ਨੇ, ਜਿੱਥੇ ਦੇਖਦੇ ਨੇ ਦਾ ਲੱਗਦਾ ਉਧਰ ਨੂੰ ਤੁਰ ਪੈਂਦੇ ਨੇ। PR ਵੀ ਲੈ ਕੇ ਰੱਖੀ ਹੋਈ ਹੈ ਤੇ ਇੱਥੇ ਵੀ ਕੰਮ ਕਰੀ ਜਾਂਦੇ ਨੇ, ਜਦੋਂ ਜੀ ਕਰਦਾ ਉਧਰ ਤੁਰ ਪੈਂਦੇ ਨੇ, ਜਦੋਂ ਜੀ ਕਰਦਾ ਇੱਧਰ ਆ ਜਾਂਦੇ ਨੇ। ਇਹ ਗੱਲ ਠੀਕ ਹੈ। ਇਹਦੇ 'ਚ ਦੇਖੋ ਪਹਿਲਾਂ ਤਾਂ ਹੈਗਾ ਸੀ ਕੋਈ 150 ਬੰਦਾ, ਹੁਣ 300 ਦੇ ਕਰੀਬ ਜਿਹੜੇ ਹੈਗੇ ਆ, ਔਰ ਉਹ ਪਤਾ ਕਿਹੜੇ ਆ, ਹਾਈ ਰੈਂਕ ਦੇ ਗਜ਼ਟਡ ਆਫੀਸਰ ਆ ਸਾਰੇ। ਵਾਹ ਜੀ ਵਾਹ। ਔਰ ਉਹਨਾਂ ਦੇ ਵਿੱਚ ਇੱਕ ਤਾਂ ਇਹਨਾਂ ਦੇ ਫੂਡ ਐਂਡ ਸਪਲਾਈ ਦੇ ਸੀਗੇ, ਉਹਨਾਂ ਨੇ ਵੇਖਿਆ, ਉਹਨੇ ਬੜੇ ਵੱਡੇ ਘੁਟਾਲੇ ਕੀਤੇ ਆ, ਤੋਂ ਬਾਅਦ 'ਚ ਜਾ ਕੇ ਬਹਿ ਗਿਆ ਉੱਥੇ ਫਿਰ ਕੈਨੇਡਾ, ਹੈ ਨਾ। ਉਦੋਂ ਬਾਅਦ ਇੱਕ ਪਨਸਪ ਦੇ ਆ, ਹਾਂ, ਉਹ ਗੁਰਵਿੰਦਰ ਸਿੰਘ, ਉਹ ਵੀ ਆ, ਉਹ ਅੰਮ੍ਰਿਤਸਰ ਤੋਂ, ਉਹਨਾਂ ਵੱਡੇ ਘੁਟਾਲੇ ਕਰਕੇ PR ਲੈ ਲਈ, ਉਹ ਵੀ ਬਾਹਰ ਚਲੇ ਗਏ। ਪਰ ਇਹ ਨਹੀਂ ਲੱਗਦਾ ਜਿਹੜਾ ਮਹਿਕਮਾ ਜਾਂ ਮੰਤਰੀ, ਉਹਨਾਂ ਨੂੰ ਪਤਾ ਵੀ ਜੇ ਤੇ ਘੁਟਾਲਾ ਕੀਤਾ ਤੇ ਇਹ ਬੰਦਾ ਕਿੱਧਰ ਜਾ ਰਿਹਾ, ਉਹਨੂੰ ਉਦੋਂ ਅਰੈਸਟ ਨਹੀਂ ਕਰਦੇ, ਕਿੱਥੇ ਜਾ ਰਿਹਾ। ਇੱਕ ਹੁੰਦੀ ਹੈ NOC ਲੈਣੀ ਹੁੰਦੀ ਜਦੋਂ ਬਾਹਰ ਜਾਣਾ ਦਾ। ਮੈਂ ਵੀ ਗਵਰਨਮੈਂਟ ਐਮਪਲਾਈ ਰਿਹਾ, ਪਹਿਲਾਂ NOC ਲਵਾਂਗੇ, ਔਰ ਉੱਤੇ ਲਿਖਿਆ ਜਾਂਦਾ ਕਿ ਕੌਣ ਤੁਹਾਡਾ ਖਰਚਾ ਚੱਲ ਰਿਹਾ, ਕਿਹਦੇ ਵਿੱਚ ਕੀ ਕਰ ਰਿਹਾ, ਔਰ ਉਹਦੇ ਵਿੱਚ ਤੁਹਾਨੂੰ ਜਿਹੜਾ ਖਰਚੇ ਤੋਂ ਬਾਅਦ ਤੁਸੀਂ 1 ਮਹੀਨਾ ਰਹੋਗੇ, ਉਹ ਤੋਂ ਬਾਅਦ ਵਾਪਸ ਆਓਗੇ। ਇਹਦੇ ਵਿੱਚ ਪਰਮਿਸ਼ਨ ਹੈ ਤੁਹਾਡੀ ਆਉਣ ਤੇ ਜਾਣ ਦੀ, ਪਾਸਪੋਰਟ ਤੇ ਐਂਟਰੀ ਹੋਗੀ, ਪਾਸਪੋਰਟ ਤੁਹਾਡਾ ਆਫੀਸਰ ਵੇਖਣਗੇ, ਸਾਰਾ ਕੁਝ ਹੁੰਦਾ। ਪਰ ਇਹ ਪੰਜਾਬ ਗਵਰਨਮੈਂਟ 'ਚ ਸ਼ੁਰੂ ਤੋਂ ਰਿਹਾ। ਦੇਖੋ ਇੱਧਰੋਂ ਤਨਖਾਹ ਲੈ ਰਿਹਾ 2-2 ਲੱਖ, ਉੱਧਰ ਜਾ ਕੇ PR ਲਈ ਹੈ, ਉੱਧਰ ਜਾ PR ਮਤਲਬ ਪਰਮਾਨੈਂਟ ਰੈਜ਼ੀਡੈਂਟ ਆਫ ਕੈਨੇਡਾ ਐਂਡ ਇੰਗਲੈਂਡ ਐਂਡ ਐਨੀ ਕੰਟਰੀ। ਉਹ ਬੰਦੇ ਉੱਥੇ ਆ, ਮੁੜ ਕੇ ਸਿਟੀਜ਼ਨਸ਼ਿਪ, ਗ੍ਰੀਨ ਕਾਰਡ ਵੀ ਲਏ ਉਹਨਾਂ ਨੇ, ਔਰ ਇੱਥੇ ਵੀ ਨੌਕਰੀ ਕਰ ਰਿਹਾ। ਜਿਹੜਾ PR ਜਾਂ ਸਿਟੀਜ਼ਨ ਹੋ ਜਾਂਦਾ, ਉਹ ਗਵਰਨਮੈਂਟ ਪਾਸਪੋਰਟ ਵਾਪਸ ਲੈ ਲੈਂਦੀ ਹੈ, ਉਦੋਂ ਦੀ ਗਵਰਨਮੈਂਟ। ਤਾਂ ਉਹ ਲਿਖ ਦਿੰਦੇ ਵੀ ਦੈਟ ਪਾਸਪੋਰਟ ਇਜ਼ ਦਾ ਪ੍ਰੋਪਰਟੀ ਆਫ ਦਾ ਇੰਡੀਅਨ ਗਵਰਨਮੈਂਟ। ਉਹ ਵਾਪਸ ਲੈ ਕੇ ਆਪਣੇ ਕੋਲ ਰੱਖ ਲੈਂਦੇ। ਜਦੋਂ ਉਹ ਲੋਕ ਆਉਣਗੇ ਉੱਥੋਂ PR ਜਾਂ ਜਿਹੜੇ ਸਿਟੀਜ਼ਨ ਵਾਲੇ ਆ, ਉਹਨਾਂ ਨੂੰ ਪਰਮਿਸ਼ਨ ਲੈਣੀ ਪਊ ਇੰਡੀਆ ਆਉਣ ਦੀ ਵੀ। ਹੁਣ ਉਹ ਦੇਖੋ ਕੀ ਲਕੂਨਾ, ਇੱਥੇ ਵੀ ਨੌਕਰੀ ਕਰੀ ਜਾਂਦੇ ਆ, ਉੱਧਰ ਵੀ PR ਲਈ ਜਾਂਦੇ ਆ। ਹੁਣ ਅੱਖਾਂ ਖੁੱਲ੍ਹ ਰਹੀਆਂ ਵਿਜੀਲੈਂਸ ਦੀਆਂ, ਹੁਣ ਵੇਖਿਆ ਵੀ ਆ ਕੀ ਹੋ ਗਿਆ। ਇਹਦੇ ਵਿੱਚ ਪਤਾ ਕੀ ਹੈਗਾ, ਇਹ ਦਬੜਾ ਕੁਛੜੀ ਨੂੰ ਕਹਿੰਦੇ ਆ ਵੀ ਸਾਰਾ ਕੁਝ ਮਿਲ ਕੇ ਚੱਲਦਾ। ਇਹ ਸਾਰਾ ਕੁਛ ਆ, ਉਹ ਵੀ ਕੁਛ ਨਾ ਕੁਛ ਦਿੰਦੇ ਹੋਣਗੇ, ਉੱਧਰੋਂ ਵੀ ਲੈਂਦੇ ਹੋਣਗੇ, ਆਉਂਦੇ ਨੇ ਅਸੀਂ ਚੱਲੇ ਹਾਂ ਜੀ ਤਾਂ ਤੁਹਾਨੂੰ ਆਹ ਗਿਫਟ ਆਉਣਗੀਆਂ, ਸਾਰਾ ਕੁਛ ਆ ਰਿਹਾ, ਕੀ ਕੁਛ ਲਿਆਈਏ ਤੁਹਾਡੇ ਲਈ। ਔਰ ਇਹ ਸਾਰਾ ਕੁਛ ਆਫਿਸਰ ਰੈਂਕ ਦੇ ਬੰਦੇ ਆ। ਆਫਿਸਰ ਰੈਂਕ ਨੂੰ ਕਹਿੰਦੇ, ਥੱਲੜੇ ਰੈਂਕ ਦੇ ਕਿਉਂ ਨਹੀਂ ਹੈਗੇ, ਛੋਟੇ ਰੈਂਕ ਦੇ। 5-5 ਸਾਲ ਉੱਧਰ ਰਹਿ ਕੇ, ਐਗਜ਼ਾਮਪਲ ਹੈਗੇ 5 ਸਾਲ ਰਹਿ ਕੇ ਨਾ ਉੱਥੇ, ਜਦੋਂ ਉੱਥੇ ਨਹੀਂ ਜੀ ਲੱਗਦਾ ਆ ਗਏ, ਇੱਥੇ ਆ ਕੇ ਫਿਰ ਜੁਆਇਨ ਕਰ ਲਿਆ ਉਹਨਾਂ ਨੇ, ਫਿਰ ਪੈਨਸ਼ਨ ਲੈ ਰਹੇ ਆ। ਜਦੋਂ ਰਿਟਾਇਰਮੈਂਟ ਆ ਉਦੋਂ ਕੰਮ ਕਰ ਰਹੇ ਆ। ਤੁਸੀਂ ਅਸੀਂ ਜਾਂ ਕਾਮਨ ਆਦਮੀ ਜਦੋਂ ਕੰਮ ਕਰਾਉਣ ਜਾ ਰਿਹਾ ਹੁੰਦਾ ਜੀ, ਅਫਸਰ ਤਾਂ ਹੈ ਨਹੀਂ, ਕਿੱਥੇ ਜੀ ਛੁੱਟੀ ਗਏ ਆ, ਕੁਰਸੀ ਖਾਲੀ ਹੈ ਜੀ। ਇਹ ਹਾਲ ਹੈ ਸਾਡੇ ਪੰਜਾਬ ਦਾ, ਪੂਰੇ ਹਿੰਦੁਸਤਾਨ ਦਾ ਨਹੀਂ। ਹੁਣ ਇਹਨਾਂ ਨੇ ਕੱਢ ਲਿਆ, ਉੱਥੋਂ ਉਹਨਾਂ ਦੀ ਲਿਸਟ ਕੱਢ ਲਈ, ਇੰਨੇ ਬੰਦੇ ਆ ਜੋ ਬਾਹਰਲੇ ਦੇਸ਼ਾਂ 'ਚ PR ਲੈ ਕੇ ਬੈਠੇ। ਜਦੋਂ PR ਲਈ ਜਾਂਦੀ ਆ, ਉਹ 'ਚ ਪੰਜਾਬ ਗੌਰਮੈਂਟ ਨੂੰ ਪਤਾ ਲੱਗ ਜਾਂਦਾ, ਉਸ ਮਹਿਕਮੇ ਨੂੰ ਪਤਾ ਲੱਗ ਜਾਂਦਾ, ਤੁਹਾਡੀ ਮੂਵਮੈਂਟ ਦਾ ਪਤਾ ਹੁੰਦਾ, ਪਾਸਪੋਰਟ 'ਤੇ ਐਂਟਰੀ ਹੁੰਦੀ ਹਰ ਚੀਜ਼ ਦੀ। ਪਾਸਪੋਰਟ ਐਵੇਂ ਨਹੀਂ ਬਣਿਆ, ਜਿੰਨੀ ਵਾਰੀ ਜਾਓਗੇ ਉੱਤੇ ਸਟਿੱਕਰ ਲੱਗਦੇ, ਬੜਾ ਕੁਝ ਹੁੰਦਾ। ਅੱਜ ਕੱਲ੍ਹ ਵੀਜ਼ੇ ਆ ਰਹੇ ਆ, ਇਲੈਕਟ੍ਰੋਨਿਕਸ ਵੀਜ਼ੇ ਆ ਰਹੇ ਆ। ਇਹ ਕਿੱਥੇ ਕਿਹਦੀਆਂ ਅੱਖਾਂ 'ਚ ਘੱਟਾ ਪਾ ਰਿਹਾ, ਕਿਉਂ ਕਰ ਰਿਹਾ, ਖਬਰਾਂ ਆ ਜਾਂਦੀਆਂ। ਬਿਲਕੁਲ ਬਲਕਾਰ ਜੀ, ਆਪਾਂ ਪੁਰਾਣੀ ਕਹਾਵਤ ਸੁਣੀ ਹੈ ਨਾ, ਵੱਡੇ ਲੋਕ ਵੱਡੀਆਂ ਗੱਲਾਂ, ਵੱਡੇ ਲੋਕਾਂ ਦੀਆਂ ਵੱਡੀਆਂ ਗੱਲਾਂ, ਵੱਡੇ ਲੋਕ ਵੱਡੇ ਸਰਾਣੇ ਹੈ ਕਿ ਨਹੀਂ, ਉਹੀ ਕਿੰਨੇ ਵੱਡੇ ਸਰਾਣੇ ਨੇ, ਵੱਡੇ ਲੋਕ ਵੱਡੇ ਸਰਾਣੇ ਤੇ ਉਹਦੀਆਂ ਉਹੀ ਜਾਣੇ। ਬਸ ਵੱਡੇ ਕਾਰਨਾਮੇ, ਵੱਡੇ ਕਪਲੇ, ਬਸ ਵੱਡੇ ਦੇਸ਼ਾਂ ਜਾ ਕੇ ਸੈਟਲ ਹੋਣਾ। ਸਹੀ ਗੱਲ ਹੈ, ਕਮਾਲ ਹੈ। ਤੁਸੀਂ ਜਾਣ ਦਾ ਮੌਕਾ ਕਿਤੇ ਲਿਓ, ਕਿਤੇ ਬਾਹਰ ਗਏ ਨਾ, ਤੁਸੀਂ ਟੋਰਾਂਟੋ ਬੈਠੇ ਹੋਗੇ ਜਾਂ ਵੈਨਕੂਵਰ ਬੈਠੇ ਹੋ ਜਾਂ ਕਿਸੇ ਸਿਟੀ 'ਚ ਬੈਠੇ ਹੋਗੇ ਕੈਨੇਡਾ ਦੀ 'ਚ, ਤੁਹਾਨੂੰ ਉੱਥੇ ਵੱਡੇ ਅਫਸਰ ਮਿਲਣ ਆਉਣਗੇ, ਤੁਹਾਨੂੰ ਪਤਾ ਲੱਗੂਗਾ ਵੀ ਯਾਰ ਆਏ ਆ, IG ਆ ਗਏ, ਇੱਥੇ DIG ਆ ਗਏ ਆ, ਹੈ ਨਾ। ਸਾਰੇ ਪੰਜਾਬ ਪੁਲਿਸ ਦੇ ਨਹੀਂ, ਬਾਕੀ ਮਹਿਕਮਿਆਂ ਦੇ ਵੀ ਵੱਡੇ ਹੈੱਡ ਆਫਿਸ ਜਿਹੜੇ ਉਹਨਾਂ ਦੇ ਹੈਗੇ, ਮੁਖੀ ਡਿਪਾਰਟਮੈਂਟ ਦੇ, ਉਹ ਉੱਥੇ ਬੈਠੇ, VC ਸਾਹਿਬ ਬੈਠੇ ਉੱਥੇ, ਕਈ ਕੁਛ ਆਉਂਦੇ ਆ। ਉਦੋਂ ਕੀ ਹੁੰਦਾ ਅਸਲ 'ਚ ਪਤਾ ਕੀ ਹੈ, ਜਿਹੜਾ ਆਫਿਸਰ ਹੈ ਇਹਨਾਂ ਨੂੰ ਛੇਤੀ NOC ਮਿਲ ਜਾਂਦੀ ਹੈ, ਕੋਈ ਇਹ ਪ੍ਰੋਸੈਸ ਨਹੀਂ ਹੋਣਾ। ਜਦੋਂ ਐ ਮਾਰੀ ਚੁਟਕੀ 'ਚ ਆ ਜਾਂਦੀ NOC। ਸੈਂਟਰ ਗੌਰਮੈਂਟ ਦਾ 1 ਮਹੀਨਾ, ਰੇਲਵੇ ਦੇ 6 ਮਹੀਨੇ ਬੰਦਾ ਜਾ ਸਕਦਾ। ਸੈਂਟਰ ਵੇ ਕੀ ਕਰਦੀ ਹੈ, ਸੈਂਟਰ ਕੁਝ ਮਹਿਕਮਿਆਂ ਨੂੰ 1 ਮਹੀਨੇ ਦੀ ਅਲਾਓ ਕਰਦੀ ਹੈ, ਉਸੇ ਤਰ੍ਹਾਂ ਸੈਂਟਰ ਦੇ ਦੂਜੇ ਮਹਿਕਮੇ ਜਿਹੜੇ ਰੇਲਵੇ ਆ ਉਹ 6 ਮਹੀਨੇ ਰਹਿਣਗੇ, ਪੰਜਾਬ ਦੇ 5-5 ਸਾਲ ਰਹਿਣਗੇ। NOC ਇਹ ਕਹਿ ਰਹੀ ਹੈ। ਇਹ ਹੈਗਾ ਅੱਖੀਂ ਘੱਟਾ ਪਾਉਣਾ ਇੰਪਲਾਈ ਦੇ, ਹੈ ਕਿ ਨਹੀਂ। ਕਹਿੰਦੇ ਯੂ ਆਰ ਏ ਗਵਰਨਮੈਂਟ ਇੰਪਲਾਈ, ਯੂ ਹੈਵ ਟੂ ਟੇਕ ਏ NOC ਦੈਨ ਵੀ ਗੋ ਟੂ ਅਬਰਾਡ। ਅਤੇ ਉਹ ਕਿੱਦਾਂ ਚੱਲ ਜਾਂਦੇ ਆ, ਉੱਤੇ ਇੰਸਟਰਕਸ਼ਨਾਂ ਕੋਈ ਫਾਲੋ ਨਹੀਂ ਕਰਦਾ। ਇਹ ਆਂਦੇ ਜੀ ਅਫਸਰਸ਼ਾਹੀ ਹੈ। ਕਿੱਥੇ ਜਾਓਗੇ, ਤੁਸੀਂ ਕਿਹੜਾ ਮਹਿਕਮਾ ਫੋਲੋਗੇ ਤਾਂ ਉੱਥੇ ਕੀ ਨਹੀਂ ਹੈਗਾ। ਇੱਕ ਨੂੰ ਕੀ ਰੋਣੀ ਹੈ, ਇੱਥੇ ਆਵਾਈ। ਚਲੋ ਜੀ, ਹੁਣ ਚੱਲਿਆ ਜਾਏ ਤੇ ਦਰਸ਼ਨ ਮਾਫੀ ਮੰਗੀ ਜਾਵੇ ਕਿ ਅਸੀਂ ਜਿੰਨਾ ਬੋਲੇ ਆ ਉਹ ਤੁਸੀਂ ਜਾਣਦੇ ਵੀ ਜੇ ਕੀ ਕੁਛ ਹੋ ਰਿਹਾ। ਨੇੜੇ ਪੰਜਾਬ 'ਚ ਨਹੀਂ, ਬਾਹਰਲੇ ਸੂਬਿਆਂ 'ਚ ਬੜਾ ਕੁਛ ਹੋ ਰਿਹਾ। ਜਿੱਥੇ ਕਿਸੇ ਦਾ ਵਾਹ ਲੱਗਦਾ ਨਾ, ਉੱਥੇ ਕਰਪਸ਼ਨ ਹੈਗੀ ਹੈ।
ਕਰਪਸ਼ਨ ਦੇ ਕਈ ਰੂਪ ਨੇ। ਗੱਲ ਇਹ ਹੈ ਕਿ ਜਿੱਦਾਂ ਜ਼ਮੀਰ ਮਰਿਆ ਹੋਇਆ ਹੈ ਹਾਂ ਉਹਨੇ ਇਹ ਕੰਮ ਕਰਨੇ ਨੇ। ਬਿਲਕੁਲ ਜਿਹਦਾ ਜ਼ਮੀਰ ਜਿਉਂਦਾ ਹੈ ਉਹ ਭਾਵੇਂ ਪੰਜਾਬ 'ਚ ਹੋਵੇ, ਭਾਰਤ ਦੇ ਕਿਸੇ ਕੋਨੇ 'ਚ ਹੋਵੇ, ਦੁਨੀਆ ਦੇ ਕਿਸੇ ਕੋਨੇ 'ਚ ਹੋਵੇ, ਜਿਹਦਾ ਜ਼ਮੀਰ ਜਿਉਂਦਾ ਹੈ ਉਹਨੇ ਕਦੀ ਕਿਤੇ ਕੋਈ ਗੜਬੜ ਨਹੀਂ ਕਰਨੀ, ਸਿੱਧਾ ਸਾਦਾ ਚੱਲੇਗਾ ਜ਼ਰੂਰ। ਉਹ ਫਿਰ ਉਹੀ ਗੱਲ ਨਾ, ਇੱਕ ਨੂੰ ਕੀ ਰੋਣੀ ਪੂਰਾ ਆਪਾ ਹੀ ਆਵਾ ਹੀ ਉੱਤੇ ਪਿਆ ਇਹਨਾਂ ਦੀ ਚੰਗੀ ਕੀ ਪੋਤੜੇ ਫਲੋਰੀਏ, ਬਹੁਤ ਕੁਝ ਨਿਕਲੂਗਾ। ਚੰਗੀ ਸੋਚ ਵਾਲੇ ਇਮਾਨਦਾਰ ਲੋਕ ਤਾਂ ਇਮਾਨਦਾਰ ਹੈਗੇ ਆ, ਪਰ ਜਿਹੜੇ ਚੰਗੀ ਸੋਚ ਵਾਲੇ ਅਫਸਰ ਆ ਜਾਂ ਇਮਾਨਦਾਰ ਆ, ਜਦੋਂ ਕੰਮ ਤਰੀਕੇ ਨਾਲ ਕਰਦੇ ਉਹਨਾਂ ਦੇ ਟਰਾਂਸਫਰ ਚੱਕੋ ਜੀ ਇਹਨਾਂ ਨੂੰ ਬਾਹਰ, ਕਿਉਂਕਿ ਲੋਕਾਂ ਦਾ ਕੰਮ ਨਹੀਂ ਕਰਦੇ। ਕਰਪਟ ਬੰਦੇ ਜਿਹੜੇ ਹੈਗੇ ਉੱਥੇ ਰਹਿਣਗੇ, ਜਗ੍ਹਾ ਟ੍ਰਾਂਸਫਰ ਹੋ ਜਾਣਗੇ ਜਿੱਥੇ ਬੱਚਿਆਂ ਵਾਸਤੇ ਪ੍ਰੋਪਰ ਐਜੂਕੇਸ਼ਨ ਨਹੀਂ, ਪ੍ਰੋਪਰ ਸਕੂਲਿੰਗ ਨਹੀਂ। ਉਹਨਾਂ ਦੀ ਮੇਮ ਸਾਹਿਬ ਸ਼ਾਪਿੰਗ ਕਰਨ ਕਿਤੇ ਨਹੀਂ ਜਾ ਸਕਦੀ, ਉਹ ਵੀ ਘਰ ਆਉਣਗੇ ਤੇ ਮੇਮ ਸਾਹਿਬ ਤੋਂ ਵੀ ਝਿੜਕਾਂ ਖਾਂਦੇ ਨੇ। ਆਫੀਸਰ ਸਾਹਿਬਾਨ ਵਿਚਾਰਿਆਂ ਦੀ ਇਹ ਹਾਲਤ ਹੋ ਜਾਂਦੀ ਹੈ। ਉਹ ਆਂਦੇ ਨੇ ਕੋਈ ਆਂਦੇ ਮਾਤਾ ਉਹਦੀ ਘਰ ਵਾਲੀ ਤੋਂ ਬੰਦਾ ਸੀ, ਆਂਦਾ ਜੀ, ਉਹ ਆਂਦਾ ਜੀ ਕੀ ਬੇਟਾ ਤੂੰ ਕੀ ਆਂਦਾ, ਮੈਂ ਪਟਵਾਰੀ। ਆਂਦਾ ਬੇਟਾ ਤੂੰ ਪਟਵਾਰੀ ਤੇ ਕੀ ਹੈ? ਉਹ 5-6 ਮਹੀਨੇ ਬਾਅਦ ਆਂਦਾ ਜੀ ਮੈਂ ਕਾਨੂੰਗੋ ਬਣ ਗਿਆ। ਤੂੰ ਆਂਦੀ ਤੁਹਾਡੇ ਨਾਲ ਦਾ ਜਿਹੜਾ ਪਟਵਾਰੀ ਉਹਦੇ ਘਰ ਤੇ ਦੇਖ ਕਿੰਨਾ ਕੁਛ ਆਉਂਦਾ, ਤੇ ਤੂੰ ਇਹ ਪ੍ਰਮੋਸ਼ਨ ਚੋਂ ਕੀ ਲੈਣਾ? ਉਧਰ ਸਾਰੀਆਂ ਸਬਜ਼ੀਆਂ, ਉਧਰ ਸਾਰਾ ਦਾਣਾ ਪੱਕਾ, ਉਧਰ ਆਟਾ ਸਾਰਾ ਕੁਛ ਆ ਰਿਹਾ, ਤੂੰ ਇਹ ਤੋਂ ਕਾਨੂੰਗੋ ਚੋਂ ਕੀ ਲੈਣਾ ਪੁੱਤਰਾ? ਤੂੰ ਹੋਰ ਉਹ ਆਂਦਾ ਮਾਤਾ ਇਹ ਵੱਡੀ ਪੋਸਟ ਆ, ਤੈਨੂੰ ਪਤਾ ਨਹੀਂ ਹੈਗਾ। ਆਂਦੀ ਇਹ ਖੇਸ ਵਾਹ, ਤੂੰ ਤਾਂ ਕਿੰਨੀ ਵੱਡੀ ਪੋਸਟ, ਇਹਦੇ ਨਾਲ ਘਰ ਸਾਡਾ ਸਾਰਾ ਭਰਿਆ ਹੁੰਦਾ ਹੈਗਾ, ਤੂੰ ਫਿਰ ਉੱਥੇ ਹੀ ਆ ਜਾ। ਤੁਸੀਂ ਫਿਰ ਉਹੀ ਪੋਤਲੇ ਇਹ ਗੱਲ ਬਿਲਕੁਲ ਪ੍ਰਚਲਿਤ ਹੈ। ਸਾਰੇ ਪੰਜਾਬੀ ਤੇ ਸਾਰੇ ਲੋਕ ਵਿਦੇਸ਼ਾਂ 'ਚ ਬੈਠੇ NRI ਵੀਰ ਪ੍ਰਵਾਸੀ ਭਾਰਤੀ ਜਾਣਦੇ ਆ ਕਿ ਇਹ ਗੱਲ ਬੜੀ ਪ੍ਰਚਲਿਤ ਰਹੀ ਹੈ, ਕਾਨੂੰਗੋ ਤੋਂ ਪਟਵਾਰੀ ਰਹੀ ਗੱਲ ਜੀ। ਬਲਕਾਰ ਜੀ ਬਹੁਤ ਇਨਸ ਐਂਡ ਆਊਟਸ ਜਾਣਦੇ ਨੇ ਸਭ ਚੀਜ਼ਾਂ ਦੀਆਂ। ਚਲੋ ਪਿੰਡਾਂ 'ਚ ਰਹੇ ਹਾਂ, ਸਾਨੂੰ ਪਤਾ ਕਿ ਕੀ ਕੁਛ ਹੁੰਦਾ। ਪਟਵਾਰੀ ਨੂੰ ਧਰਤੀ ਦੀ ਮਾਂ ਕਹਿੰਦੇ। ਬਿਲਕੁਲ ਜੀ, ਧਰਤੀ ਦੀ ਮਾਂ ਹੈ ਤੇ ਅਸੀਂ ਆਪਣੀ ਮਾਂ ਪੰਜਾਬ ਨੂੰ ਪ੍ਰਣਾਮ ਕਰਦੇ ਹੋਏ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਤੇ ਤੁਹਾਨੂੰ ਇਹ ਕਹਿੰਦੇ ਹਾਂ ਕਿ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ ਤੇ ਸਾਡਾ ਚੈਨਲ ਪੰਜਾਬ ਮਿਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।